मैं निर्गुण यारे को गुण नाही, आपे तरस पयोई। तरस पया मेरा मत होई, सतगुर सज्जन मिलिया। नानक नाम मिलै ता जीवा, तन मन थीवै हरिया। काम क्रोध लोभ झूठ निंदा, इनते आप छड़ावह। हे भीतर ते इनको डरह, आपन निकट बुलावह। अपने भेद आप जनावह। धन धन महापुरख बाबा सिलवरा साहिब जी, बाबा डोगर महाबली जी, तिन्हां दे ਦਰ ਸਥਾਨਾਂ 'ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਹਿਮਤ ਦਾ ਸਦਕਾ ਗੁਰੂ ਸਵਾਰੀ ਸਾਧ ਸੰਗਤ ਜੋ ਅੰਮ੍ਰਿਤ ਵੇਲੇ ਪਵਿੱਤਰ ਗੁਰਬਾਣੀਆਂ ਦੇ ਜਾਪ ਤੋਂ ਉਪਰੰਤ ਸਤਿਗੁਰੂ ਜੀ ਇਸ ਪਵਿੱਤਰ ਗੁਰਬਾਣੀ ਦੀ ਵਿਚਾਰ ਦੀ ਬਖਸ਼ਿਸ਼ ਕਰਦੇ ਹਨ। ਇਸ ਤੋਂ ਲਾਹਾ ਲੈਣ ਤੋਂ ਪਹਿਲਾਂ ਨਿਮਾਣੇ ਨਿਤਾਣੇ ਅਣਜਾਣ ਜੀਵ ਦੀ ਹਾਜ਼ਰੀ ਪ੍ਰਵਾਨ ਕਰਨੀ ਕਿ ਪਵਿੱਤਰ ਗੁਰਬਾਣੀ ਦੇ ਨਾਲ ਕੁਝ ਸਾਂਝ ਬਣ ਸਕੇ ਦੇ ਅਨੁਸਾਰ ਜੀਵਨ ਜਿਹੜਾ ਸਤਿਗੁਰੂ ਜੀ ਢਾਲਣ ਦਾ ਬਲ ਬਖਸ਼ਿਸ਼ ਕਰਨ ਬੇਨਤੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਸੰਗਤ ਜੀ, ਗੁਰੂ ਕਿਰਪਾ ਨਾਲ ਚੱਲ ਰਹੀ ਪਿਛਲੇ ਸਮਿਆਂ ਤੋਂ ਪਵਿੱਤਰ ਗੁਰਬਾਣੀ ਦੀ ਵਿਚਾਰ ਲਗਾਤਾਰ ਉਹਦੇ ਅਨੁਸਾਰ ਅੱਜ ਦਾ ਜੋ ਫਰਮਾਨ ਹੈ ਪੰਨਾ 1067 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਅਤੇ ਜੋ ਮਾਰੂ ਰਾਗ ਦੇ ਵਿੱਚੋਂ ਸੋਹਲਿਆਂ ਦੀ ਬਾਣੀ ਦੀ ਵਿਚਾਰ ਚੱਲ ਰਹੀ ਹੈ। ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਰਚਨਾ ਹੈ, ਜੋ ਕਿ ਆਪ ਜੀ ਨੇ 22 ਸੋਹਲਿਆਂ ਦੀ ਵਿਚਾਰ ਪਹਿਲਾਂ ਸਰਵਣ ਕੀਤੀ ਹੈ, ਅਤੇ 23ਵਾਂ ਸੋਹਲਾ ਜਿਹੜਾ ਹੈ ਉਹਦੇ 12 ਨੰਬਰ ਤੱਕ ਆਪ ਜੀ ਨੇ ਵਿਚਾਰ ਸਰਵਣ ਕੀਤੀ ਹੈ। ਇਸ ਦੀ ਰਹਿੰਦੀ ਜਿਹੜੀ ਵਿਚਾਰ ਹੈ ਸ਼ਬਦ ਦੇ ਅਨੁਸਾਰ ਉਹ ਆਪਾਂ ਸਤਿਗੁਰਾਂ ਤੋਂ ਬਖਸ਼ਿਸ਼ ਕਰਾਉਣ ਵਾਸਤੇ ਬੇਨਤੀ ਕਰੀਏ। ਮਹਾਰਾਜ ਕਿਰਪਾ ਕਰਨਾ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਗੁਰੂ ਗੁਰੂ ਅਮਰਦਾਸ ਤੀਜੇ ਪਾਤਸ਼ਾਹ ਸਤਿਗੁਰੂ ਮਹਾਰਾਜ ਜੀ ਫਰਮਾਨ ਕਰਦੇ ਹਨ ਕਿ ਭਾਈ ਇਹ ਜਿਹੜਾ ਸੰਸਾਰ ਹੈ ਪਰਮੇਸ਼ਰ ਦੀ ਰਚਨਾ, ਅਤੇ ਇਹਨੂੰ ਕਈ ਤਰ੍ਹਾਂ ਵੱਖ-ਵੱਖ ਆਪਣੀ ਸੋਝੀ ਅਨੁਸਾਰ ਜੀਵ ਸਮਝਦਾ ਹੈ। ਕੋਈ ਕਹਿੰਦਾ ਇਹ ਪਰਮੇਸ਼ਰ ਦਾ ਰੂਪ ਹੈ ਜੋ ਸੰਸਾਰ ਦੀ ਰਚਨਾ ਹੈ, ਕੋਈ ਕਹਿੰਦਾ ਇਹ ਸੰਸਾਰ ਮਾੜਾ ਹੈ, ਇਹ ਜ਼ਹਿਰ ਰੂਪ ਹੈ। ਅਤੇ ਸਤਿਗੁਰੂ ਮਹਾਰਾਜ ਜੀ ਇਸ ਵਿੱਚ ਸੋਝੀ ਬਖਸ਼ਦੇ ਹਨ ਕਿ ਭਾਈ ਇਹ ਉਹਦੇ ਪਰਮੇਸ਼ਰ ਦੇ ਆਪਣੇ ਕੌਤਕ ਹਨ। ਇਸ ਗੁੰਝਲ ਦੇ ਵਿੱਚੋਂ ਜਿਹਨੂੰ ਆਪ ਉਹ ਸੋਝੀ ਬਖਸ਼ ਦਿੰਦਾ ਹੈ ਉਹਨੂੰ ਸਮਝ ਆ ਜਾਂਦੀ ਹੈ, ਅਤੇ ਜਿਹੜਾ ਆਪਣੀ ਚਤਰਾਈ ਕਰਦਾ ਹੈ ਗੁਰੂ ਦੀ ਆਗਿਆ ਤੋਂ ਬਿਨਾਂ ਉਹ ਭਾਵੇਂ ਕਈ ਯੁੱਗ ਭਟਕਦਾ ਰਹੇ, ਉਹਨੂੰ ਅਸਲ ਜਿਹੜਾ ਭੇਦ ਨਹੀਂ ਆਉਂਦਾ। ਗੁਰੂ ਕਿਰਪਾ ਕਰੇ ਤੇ ਭੇਦ ਖੁੱਲ੍ਹ ਸਕਦਾ ਹੈ, ਨਹੀਂ ਤੇ ਨਹੀਂ। ਇਸ ਕਰਕੇ ਮਹਾਰਾਜ ਜੀ ਇੱਥੋਂ ਬਚਨ ਦੀ ਆਰੰਭਤਾ ਕਰਦੇ ਹਨ। ਜਿਸ ਨੂੰ ਬੁਝਾਏ ਸੋਈ ਬੂਝੈ, ਹਰ ਗੁਣ ਗਾਵੇ ਅੰਦਰ ਸੂਝੈ। ਕਹਿੰਦੇ ਜਿਸ ਨੂੰ ਪਰਮੇਸ਼ਰ ਆਪ ਸਮਝਾਉਂਦਾ ਹੈ ਅਤੇ ਉਹੀ ਪੁਰਸ਼ ਸਮਝਦਾ ਹੈ ਜਿਹੜਾ ਗੁਰੂ ਦੇ ਕੋਲ ਆ ਕੇ ਕਹਿ ਦਿੰਦਾ ਸਤ ਬਚਨ ਜੋ ਗੁਰੂ ਬਚਨ ਕਰੇ। ਅਤੇ ਸਤਿਗੁਰੂ ਜੀ ਕਹਿੰਦੇ ਜਿਸ ਦੇ ਅੰਦਰ ਸੋਝੀ ਗਿਆਤ ਹੈ ਅਤੇ ਉਹੀ ਮਨੁੱਖ ਹਰੀ ਦੇ ਗੁਣਾਂ ਨੂੰ ਗਾਉਂਦਾ ਹੈ।
ਜਿਹਨੂੰ ਪਤਾ ਹੈ ਕਿ ਇਹਦੇ ਗੁਣ ਗਾਉਣ ਦਾ ਲਾਭ ਹੈ, ਕੋਈ ਘਾਟਾ ਨਹੀਂ। ਇਹਦੇ ਨਾਲ ਦੁੱਖ ਦਲਿੱਦਰ ਦੂਰ ਹੁੰਦੇ ਹਨ ਅਤੇ ਬਰਕਤਾਂ ਦੇ ਸੁੱਖ ਆਉਂਦੇ ਹਨ। ਇਸ ਪਰਮੇਸ਼ਰ ਦੇ ਗੁਣ ਗਾਇਆਂ ਚੰਗੇ ਗੁਣ ਵੱਧਦੇ ਹਨ। ਜਿਹੜੀ ਕਿਸੇ ਦੀ ਨਿੰਦਿਆ ਕਰਨੀ, ਆਪਣੇ ਮਾਲਕ ਦੀ ਸਿਫਤ ਕਰੀਏ, ਆਪਣੇ ਗੁਰੂ ਦੀ ਵਡਿਆਈ ਕਰੀਏ, ਉਹਦੇ ਵਿੱਚ ਓਨਾ ਹੀ ਲਾਭ ਹੈ। ਉਹ ਇਸ ਕਰਕੇ ਇਹ ਲਾਹਾ ਖੱਟਦਾ ਹੈ ਹੋਰ ਗੱਲਾਂ ਨੂੰ ਛੱਡ ਕੇ। ਅਤੇ ਸਤਿਗੁਰੂ ਜੀ ਕਥਨ ਕਰਦੇ, ਇਹ ਗੁਰੂ ਕੋਲ ਆਉਣ ਕਰਕੇ ਸਭ ਕੁਝ ਪ੍ਰਾਪਤ ਹੁੰਦਾ ਹੈ। ਹਉ ਮੈਂ ਮੇਰਾ ਠਾਕੁਰ ਹਾਏ, ਸਹਿਜੇ ਹੀ ਸੱਚ ਪਾਇਆ। ਕਹਿੰਦੇ ਜਿਸ ਨੇ ਹੰਗਤਾ ਮਮਤਾ ਭਾਵ ਹੰਕਾਰ ਅਤੇ ਮੋਹ ਕਰਕੇ ਜਾਂ ਮੇਰ ਤੇਰ ਨੂੰ ਰੋਕ ਰੱਖਿਆ ਹੈ, ਅਤੇ ਉਸ ਨੇ ਸੁਭਾਵਿਕ ਹੀ ਸੱਚ ਸਰੂਪ ਨੂੰ ਸੁੱਖ ਨੂੰ ਪਾ ਲਿਆ ਹੈ। ਉਹਨੂੰ ਕੋਈ ਔਖਾ ਕੰਮ ਨਹੀਂ ਉਹਦੇ ਵਾਸਤੇ। ਸਤਿਗੁਰੂ ਜੀ ਨੇ ਇੱਥੇ 4 ਤਰ੍ਹਾਂ ਦਾ ਇਹਦਾ ਕਾਰਨ ਦੱਸਿਆ ਹੈ। ਹੰਕਾਰ ਅਤੇ ਮੋਹ ਅਤੇ ਮੇਰ ਤੇਰ। ਇਹ ਮੇਰਾ ਹੈ, ਬਗਾਨਾ ਹੈ, ਇਹ ਚੀਜ਼ ਮੇਰੀ ਹੈ, ਇਹਦਾ ਮੇਰੇ ਨਾਲ ਮੋਹ ਹੈ। ਇਹ ਜਿਹਨੇ ਛੱਡ ਦਿੱਤਾ ਉਹਨੂੰ ਉਸ ਚੀਜ਼ ਦੀ ਸੋਝੀ ਹੋ ਜਾਂਦੀ ਹੈ ਅਤੇ ਉਹਨੂੰ ਲਾਹਾ ਪ੍ਰਾਪਤ ਹੋ ਜਾਂਦਾ ਹੈ। ਕਿਉਂਕਿ ਸਤਿਗੁਰੂ ਜੀ ਕਹਿੰਦੇ ਇਹਦੇ ਵਿੱਚ ਵੱਡੀ ਰੁਕਾਵਟ, ਵੱਡਾ ਰੋਗ ਇੱਕੋ ਹੀ ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ। ਕਹਿੰਦੇ ਸਭ ਤੋਂ ਵੱਡਾ ਅਤੇ ਲੰਮਾ ਰੋਗ ਜਿਹੜਾ ਹੈ ਉਹ ਮੈਂ ਦਾ ਹੈ। ਜਿਹੜੇ 5 ਵੱਡੇ ਵਿਕਾਰ ਹਨ, ਉਹ 4 ਜਿਹੜੇ ਹਰ ਮਨੁੱਖ ਵਿੱਚ ਹਰ ਸਮੇਂ ਨਹੀਂ ਰਹਿੰਦੇ। ਕਿਸੇ ਵੇਲੇ ਕੋਈ ਕ੍ਰੋਧ ਆ ਗਿਆ, ਹਟ ਗਿਆ, ਕਿਸੇ ਵੇਲੇ ਲੋਭ ਆ ਗਿਆ, ਹਟ ਗਿਆ। ਪਰ ਸਭ ਤੋਂ ਵੱਡੀ ਜਿਹੜੀ ਹਉਮੈ ਹੈ ਇਹ ਹਰ ਵੇਲੇ ਨਾਲ ਰਹਿੰਦੀ ਹੈ। ਚੰਗਾ ਕੰਮ ਕੀਤਾ ਤਾਂ ਵੀ ਕਹਿਣਾ ਮੈਂ ਕੀਤਾ, ਮਾੜਾ ਹੋ ਗਿਆ ਤਾਂ ਵੀ ਕਹਿਣਾ ਮੈਂ ਨਹੀਂ ਕੀਤਾ, ਮੈਂ ਫਿਰ ਵੀ ਨਾਲ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਉ ਵਿੱਚ ਮੂਰਖ, ਹਉ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨ ਜਾਣਾ। ਹਉਮੈ ਬੂਝੈ ਤਾਂ ਦਰ ਸੂਝੈ, ਗਿਆਨ ਵਿਹੂਣਾ ਕਥ ਕਥ ਲੂਝੈ। ਜਿਹਨੂੰ ਉਹ ਗਿਆਨ ਅਸਲ ਆਇਆ ਨਹੀਂ, ਲੋਕਾਂ ਨਾਲ ਭੇੜਾਚਾਰੀ ਕਰਦਾ ਹੈ, ਭਿੜਦਾ ਹੈ, ਜਿੱਦਦਾ ਹੈ, ਬਹਿਸ ਕਰਦਾ ਹੈ। ਅਤੇ ਜਿਹਨੂੰ ਸੋਝੀ ਆ ਗਈ ਉਹ 1-2 ਬਚਨਾਂ ਤੋਂ ਹਿਸਾਬ ਲਾ ਲੈਂਦਾ ਕਿ ਇਹਦੀ ਕਿੱਥੇ ਕੁ ਵਿਚਾਰ ਹੈ। ਜੇ ਉਹਦੇ ਸਮਝ ਵਿੱਚ ਆ ਜਾਵੇ ਠੀਕ ਹੈ, ਅਤੇ ਨਹੀਂ ਤਾਂ ਚੁੱਪ ਹੋ ਕੇ ਅੱਗੇ ਪਾਸੇ ਖਿਸਕ ਜਾਂਦਾ ਹੈ। ਇਸ ਕਰਕੇ ਸਤਿਗੁਰੂ ਜੀ ਕਥਨ ਕਰਦੇ ਹਨ, ਜਿਨ੍ਹਾਂ ਨੂੰ ਸੋਝੀ ਬਖਸ਼ ਦਿੱਤੀ ਉਹਨੇ ਇਸ ਦੁਨੀਆ ਦੇ ਵਿੱਚੋਂ ਹੀ ਆਨੰਦ ਪ੍ਰਾਪਤ ਕਰ ਲਿਆ। ਜੋ ਅਸਲ ਸ਼ੁਭ ਕੰਮ ਸੀ ਉਹਨੂੰ ਕਰਨਾ ਕੀਤਾ ਅਤੇ ਮਾੜੇ ਨੂੰ ਛੱਡ ਦਿੱਤਾ। ਫਿਨ ਬਿਨ ਕਰਮਾ ਹੋਰ ਫਿਰੈ ਕਨੇਰੀ, ਮਰ ਮਰ ਜੰਮੈ ਚੁਕੈ ਨਾ ਫੇਰੀ। ਹੁਣ ਕਈ ਕਹਿ ਦਿੰਦੇ ਫਲਾਣਾ ਬੜਾ ਕਰਮਾਂ ਵਾਲਾ ਹੈ। ਕਰਮ ਤਾਂ ਸਾਰਿਆਂ ਦੇ ਹੀ ਹਨ, ਕਰਮਾਂ ਵਾਲੇ ਸਾਰੇ ਹਨ। ਫਰਕ ਇਹ ਹੈ ਵੀ ਚੰਗੇ ਕਰਮਾਂ ਵਾਲੇ ਕੌਣ ਅਤੇ ਮਾੜਿਆਂ ਵਾਲੇ ਕੌਣ। ਅਤੇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਕੋਲ ਚੰਗੇ ਕਰਮ ਨਹੀਂ, ਐਸੀ ਦੁਨੀਆ ਚੰਗੇ ਕਰਮਾਂ ਤੋਂ ਬਿਨਾਂ ਜਿਹੜੀ ਹੈ, ਚੰਗੇ ਕਰਮਾਂ ਤੋਂ ਬਿਨਾਂ ਬੜੀ ਦੁਨੀਆ ਧੱਕੇ ਖਾਂਦੀ ਫਿਰਦੀ ਹੈ। ਉਹਨਾਂ ਨੂੰ ਅਸਲ ਟਿਕਾਣੇ ਦਾ, ਅਸਲ ਗੁਰੂ ਦਾ ਪਤਾ ਨਹੀਂ ਕਿੱਥੇ ਅਸਲ ਟਿਕਾਣਾ ਹੈ। ਉਹਨੂੰ ਛੱਡ ਕੇ ਉਹਨੂੰ ਉਹ ਤੋਂ ਅੱਗੇ ਆਸੇ ਪਾਸੇ ਹੋਰ ਭਟਕਦੇ ਫਿਰਦੇ ਹਨ। ਇੱਥੇ ਨਹੀਂ ਉੱਥੇ ਜ਼ਿਆਦਾ ਫਾਇਦਾ, ਇਹ ਨਹੀਂ ਉਹ ਜਗ੍ਹਾ 'ਤੇ ਜ਼ਿਆਦਾ ਤਾਕਤ ਹੈ, ਇੱਥੇ ਨਹੀਂ ਉੱਥੇ ਛੇਤੀ ਕੋਈ ਕਿਰਪਾ ਹੋ ਜਾਵੇਗੀ। ਇਹੋ ਭੁਲੇਖਾ ਉਹਨਾਂ ਨੂੰ ਭੜਕਾਈ ਫਿਰਦਾ ਹੈ ਅਤੇ ਉਹਨਾਂ ਨੂੰ ਕਿਤੇ ਵੀ ਟਿਕਾ ਨਹੀਂ ਮਿਲਦਾ, ਕਿਤੇ ਵੀ ਪੂਰੀ ਨਹੀਂ ਪੈਂਦੀ। ਜਿੱਧਰ ਕਿਸੇ 10 ਪਾ ਦਿੱਤੀ, ਪਹਿਲੇ ਨੂੰ ਛੱਡਤਾ ਦੂਜੇ ਲੈ ਹੋ ਗਏ, ਦੂਜੇ ਨੂੰ ਛੱਡਤਾ ਤੀਜੇ ਲੈ ਚਲੇ ਗਏ। ਇਹੀ ਕਾਰਨ ਬਣਦਾ ਹੈ। ਅਤੇ ਕਹਿੰਦੇ ਫਿਰ ਮੁੜ ਮੁੜ ਕੇ ਉਹ ਐਸੀ ਦੁਨੀਆ ਮਰਦੀ ਜੰਮਦੀ ਹੈ, 84 ਦੀ ਫੇਰੀ ਦੂਰ ਨਹੀਂ ਹੁੰਦੀ। ਇਸ ਕਰਕੇ ਸਤਿਗੁਰੂ ਜੀ ਕਥਨ ਕਰਦੇ ਹਨ, ਬਿਖ ਕਾ ਰਾਤਾ ਬਿਖ ਕਮਾਵੇ, ਸੁਖ ਨਾ ਕਬਹੁ ਪਾਇਆ। ਪਿਛਲੇ ਜਨਮ ਵਿੱਚ ਵੀ ਵਿਸ਼ਿਆਂ ਵਿੱਚ ਰਤਾ ਹੋਇਆ ਸੀ ਅਤੇ ਹੁਣ ਵੀ ਵਿਸ਼ਿਆਂ ਨੂੰ ਭੋਗਦਾ ਹੈ। ਇਸ ਲਈ ਉਸ ਨੂੰ ਕਦੇ ਵੀ ਸੁੱਖ ਨਹੀਂ ਮਿਲਿਆ। ਸਤਿਗੁਰੂ ਜੀ ਫਰਮਾਨ ਕਰਦੇ, ਖਤਿਓਂ ਜੰਮੇ ਖਤੇ ਕਾਰਨ ਤਾਂ ਖਤਿਆਂ ਵਿੱਚ ਪਾਏ। ਪਹਿਲਾਂ ਵੀ ਮਾੜੇ ਕਰਮ ਕੀਤੇ ਅਤੇ ਮਾੜੇ ਥਾਂ ਉਹਦਾ ਜਨਮ ਹੋਇਆ। ਫਿਰ ਕਹਿੰਦਾ ਰੱਬ ਨੇ ਮੇਰੀ ਜ਼ਿੰਦਗੀ ਮਾੜੀ ਦਿੱਤੀ, ਗਾਰੀ ਫਿਰ ਰੱਬ ਨੂੰ ਉਲਾਮਾ। ਅਤੇ ਜਿਹੜੇ ਪਰਮੇਸ਼ਰ ਦੇ ਪਿਆਰੇ ਉਹ ਰੱਬ ਨੂੰ ਉਲਾਮਾ ਨਹੀਂ ਦਿੰਦੇ। ਉਹ ਕਹਿੰਦੇ ਦੱਦਾ ਦੋਸ਼ ਨਾ ਦੇਉ ਕਿਸੇ, ਦੋਸ਼ ਕਰਮ ਆਪਣਿਆਂ
ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੇ ਅਵਰਜਨ। ਇਸ ਕਰਕੇ ਜੋ ਜੋ ਉਹਨੇ ਕੀਤਾ ਹੈ ਉਹਦਾ ਫਲ ਹੁਣ ਮਿਲਦਾ, ਜਿਹੜਾ ਹੁਣ ਕਰਦਾ ਇਹਦਾ ਫਿਰ ਮਿਲਣਾ ਹੈ। ਅਤੇ ਪਰਮੇਸ਼ਰ ਨਿਰਵੈਰ ਹੈ, ਉਹ ਕਿਸੇ ਨਾਲ ਵੈਰ ਨਹੀਂ ਕਰਦਾ। ਇਹ ਜਿਹੋ ਜਿਹੇ ਕਰਮ ਇਹ ਕਰਦਾ ਹੈ ਉਹਦਾ ਇਹਨੂੰ ਫਲ ਪ੍ਰਾਪਤ ਹੁੰਦਾ ਜਾਂਦਾ ਹੈ, ਅਤੇ ਦੋਸ਼ ਕਿਸੇ ਨੂੰ ਕੀ। ਸਤਿਗੁਰੂ ਜੀ ਕਥਨ ਕਰਦੇ ਇਸ ਕਰਕੇ ਜੇ ਉਹ ਚੰਗੇ ਕਰਮਾਂ ਵਾਲੇ ਪਾਸੇ ਮੁੜ ਆਵੇ, ਗੁਰੂ ਕੀ ਸ਼ਰਨ ਵਿੱਚ ਆ ਜਾਵੇ, ਅਤੇ ਸਾਰੀਆਂ ਮੁਸ਼ਕਿਲਾਂ ਦੂਰ ਹੋ ਜਾਂਦੀਆਂ, ਸਾਰੇ ਕਾਰਜ ਰਾਸ ਆ ਜਾਂਦੇ। ਕਦੋਂ? ਜਦੋਂ ਆਪਣੀ ਮੱਤ ਛੱਡ ਦੇਵੇ। ਮਨ ਵੇਚੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਥਿਰ ਕਰ ਬੈਸੋ ਹਰਿ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਰ। ਜਿੰਨਾ ਚਿਰ ਮਨ ਥਿਰ ਨਹੀਂ ਹੁੰਦਾ, ਟਿਕਦਾ ਨਹੀਂ। ਆਪ ਜਾਣਦੇ ਹੋ, ਕੈਮਰੇ ਦੇ ਵਿੱਚ ਕਿਸੇ ਨੇ ਫੋਟੋ ਲੈਣੀ ਹੋਵੇ ਅਤੇ ਜਿੰਨਾ ਚਿਰ ਉਹ ਇੱਕ ਥਾਂ ਟਿਕਾ ਨਾ ਆਵੇਗਾ, ਜਿਸ ਦੀ ਫੋਟੋ ਲੈਣੀ ਹੈ ਜਾਂ ਜਿਹੜਾ ਫੋਟੋ ਉਤਾਰ ਰਿਹਾ ਹੈ, ਉਹਨਾਂ ਚਿਰ ਉਹ ਸਹੀ ਗੱਲ ਨਹੀਂ ਬਣਦੀ। ਇਸੇ ਪ੍ਰਕਾਰ ਜਿੰਨਾ ਚਿਰ ਮਨ ਟਿਕਦਾ ਨਹੀਂ ਅਤੇ ਇਹਨੂੰ ਅਸਲ ਲਾਹਾ ਪ੍ਰਾਪਤ ਨਹੀਂ ਹੁੰਦਾ, ਕਿਉਂਕਿ ਭਾਂਡਾ ਸਿੱਧਾ ਹੋਵੇਗਾ ਤਾਂ ਹੀ ਵਸਤੂ ਪਵੇਗੀ। ਜੇ ਭਾਂਡਾ ਹੀ ਆਸੇ ਪਾਸੇ ਖਿਸਕ ਗਿਆ ਜਾਂ ਉਹਦੇ ਵਿੱਚ ਕੋਈ ਛੇਕ ਹੈ ਅਤੇ ਵਸਤੂ ਕਿੱਥੇ ਟਿਕੇਗੀ। ਸਤਿਗੁਰੂ ਕਹਿੰਦੇ ਉਂਦੇ ਭਾਂਡੇ ਕਛ ਨਾ ਸਮਾਵੇ, ਸਿੱਧੇ ਅੰਮ੍ਰਿਤ ਭਰੇ ਨਿਹਾਰ। ਜਿਨ੍ਹਾਂ ਦਾ ਭਾਂਡਾ ਸਿੱਧਾ ਹੋ ਗਿਆ, ਸ਼ਰਧਾ ਮਨ ਵਿੱਚ ਆ ਗਈ, ਸਿੱਧਾ ਗੁਰੂ ਵਾਲੇ ਮੂੰਹ ਕਰ ਲਿਆ, ਸਾਰੇ ਟਿਕਾਣੇ ਛੱਡ ਦਿੱਤੇ, ਸੱਜੇ ਬੰਨੇ ਖੱਬੇ ਬੰਨੇ ਜਾਣਾ ਛੱਡਤਾ, ਇੱਕ ਗੁਰੂ ਵਾਲੇ ਸਿੱਧਾ ਧਿਆਨ ਕੀਤਾ। ਅਤੇ ਇਸ ਕਰਕੇ ਕਈ ਵਾਰ ਕਿਸੇ ਨੂੰ ਕੋਈ ਰਸਤਾ ਪੁੱਛਣਾ ਹੋਵੇ ਅਤੇ ਜਿਹੜੇ ਸਿਆਣੇ ਬੰਦੇ ਕਹਿ ਦਿੰਦੇ, ਭਾਈ ਆਪਣੀ ਨੱਕ ਦੀ ਸੇਧ 'ਤੇ ਸਿੱਧਾ ਤੁਰਿਆ ਜਾ, ਅਸਲ ਟਿਕਾਣੇ 'ਤੇ ਪਹੁੰਚ ਜਾਵੇਗਾ। ਜੇ ਸੱਜੇ ਖੱਬੇ ਮੁੜ ਗਿਆ ਤਾਂ ਸਾਡਾ ਕੋਈ ਦੋਸ਼ ਨਹੀਂ, ਤੂੰ ਭਟਕ ਜਾਵੇਂਗਾ। ਇਹ ਜੀ ਹੁਣ ਇੱਕ ਜਗ੍ਹਾ 'ਤੇ ਰਹਿੰਦਾ ਨਹੀਂ ਅਤੇ ਕਹਿੰਦਾ ਮੈਨੂੰ ਕੋਈ ਲਾਭ ਨਹੀਂ ਹੁੰਦਾ, ਮੈਂ ਕਿਵੇਂ ਮੰਨਾਂ। ਇਸ ਕਰਕੇ ਜਿਵੇਂ ਕੋਈ ਵਿਚਾਰ ਚੱਲਦੀ ਹੈ ਅਤੇ ਇੱਕ ਪ੍ਰਚਾਰਕ ਨੇ ਕਹਿ ਦਿੱਤਾ ਜੀ ਰਾਤ ਨੇ ਕਾਨਪੁਰ ਕਹੀ ਜਾਓ, ਅਤੇ ਕਾਨਪੁਰ ਆਖਣ ਦਾ ਕੀ ਫਾਇਦਾ ਜੇ ਸਾਨੂੰ ਉਹਦੀ ਜਾਣਕਾਰੀ ਨਹੀਂ। ਅਤੇ ਸਿਆਣੇ ਪੁਰਸ਼ ਦੱਸਦੇ ਭਾਈ ਇੱਥੇ ਉਹ ਗੱਲ ਨਹੀਂ ਬਣਨੀ। ਹੁਣ ਆਮ ਦੁਨੀਆ ਕਹਿੰਦੀ ਪਹਿਲਾਂ ਪਤਾ ਹੋਵੇ ਅਤੇ ਫਿਰ ਉਹਦਾ ਨਾਂ ਲਓ, ਅਤੇ ਸਤਿਗੁਰੂ ਜੀ ਕਹਿੰਦੇ ਸਗਲ ਬਨਸਪਤ ਮਹੇ ਬਸੰਤਰ, ਸਗਲ ਦੂਧ ਮੈਂ ਘੀਆ। ਮਹਾਰਾਜ ਕਥਨ ਕਰਦੇ ਭਾਈ ਕਿ ਸਾਰੀਆਂ ਜਿੰਨੀਆਂ ਵੀ ਲੱਕੜਾਂ ਹਨ ਸਾਰੀਆਂ ਵਿੱਚ ਅੱਗ ਹੈ, ਅਤੇ ਕੋਈ ਕਹੇ ਇਹਦੇ ਵਿੱਚ ਅੱਗ ਭਰੀ ਅਤੇ ਐਵੇਂ ਕੋਈ ਮੰਨਦਾ ਨਹੀਂ। ਅਤੇ ਜਦੋਂ ਅੱਗ ਪ੍ਰਗਟ ਕੀਤੀ ਜਾਂਦੀ ਉਹਨਾਂ ਦੇ ਵਿੱਚੋਂ ਹੀ ਅੱਗ ਫਿਰ ਵੱਧਦੀ ਜਾਂਦੀ ਹੈ, ਕਿਉਂਕਿ ਲਾਇਆ ਅਤੇ ਥੋੜ੍ਹਾ ਜਿਹਾ ਚੰਗਿਆੜਾ ਜਾਂ ਇੱਕ ਡੱਬੇ ਦੀ ਤੀਲ ਵਾਲੀ, ਬਾਕੀ ਅੱਗ ਕਿੱਥੋਂ ਆ ਗਈ। ਜਿਵੇਂ ਧਰਤੀ 'ਚੋਂ ਪਾਣੀ ਕੱਢਣਾ ਹੋਵੇ ਅਤੇ ਕੋਈ ਪਾਣੀ ਪਹਿਲਾਂ ਵਰਤਣਾ ਪੈਂਦਾ, ਫਿਰ ਪਾਣੀ ਉਹ ਨਿਕਲਦਾ। ਇਸੇ ਤਰ੍ਹਾਂ ਜਿਹੜਾ ਘਿਓ ਹੈ ਦੁੱਧ ਦੇ ਵਿੱਚ ਹੈ, ਪਰ ਉਹਨੂੰ ਤਰੀਕੇ ਦੇ ਨਾਲ ਪਹਿਲਾਂ ਦੁੱਧ ਕਾੜਨਾ, ਜਮਾਉਣਾ, ਫਿਰ ਰਿੜਕਣਾ, ਫਿਰ ਉਹ ਘਿਓ ਆਉਣਾ ਹੈ। ਇਸੇ ਤਰ੍ਹਾਂ ਪਰਮੇਸ਼ਰ ਦੀ ਜਿਹੜੀ ਹੈ ਆਰਾਧਨਾ ਕਰਨੀ, ਗੁਰੂ ਦੀ ਮਰਜ਼ੀ ਅਨੁਸਾਰ ਕੀਤੀ ਜਾਵੇ ਅਤੇ ਉਹ ਗਾੜੀ ਲਾਹਾ ਪ੍ਰਾਪਤ ਫਿਰ ਹੋਣਾ ਹੈ। ਜੇ ਨਹੀਂ ਵੀ ਹੋਇਆ ਤਾਂ ਉਸ ਰਸਤੇ ਨੂੰ ਛੱਡੇ ਨਾ, ਤਾਂ ਵੀ ਉਹਦਾ ਲੇਖੇ ਵਿੱਚ ਕੰਮ ਆ ਜਾਂਦਾ ਹੈ। ਕਈ ਵਾਰ ਬੇਨਤੀ ਆਈ ਹੈ ਕਿ ਜਿਵੇਂ ਕਿਸੇ ਕੰਪਨੀ ਦੀ ਕੋਈ ਗੱਡੀ ਖਰਾਬ ਹੋ ਜਾਵੇ ਅਤੇ ਰਸਤੇ ਵਿੱਚ ਹੋਵੇ, ਆਪਣੇ ਰਸਤੇ ਤੋਂ ਪਾਸੇ ਨਾ ਹੋਵੇ ਜਿੱਧਰ ਉਹਦੀ ਡਿਊਟੀ ਹੈ, ਅਤੇ ਉਸ ਰਸਤੇ ਨੂੰ ਕੋਈ ਮੁਸ਼ਕਿਲ ਆ ਜਾਵੇ ਅਤੇ ਉਸੇ ਕੰਪਨੀ ਵਾਲੇ ਆ ਕੇ ਆਪਣੀ ਗੱਡੀ ਨੂੰ ਖੜ੍ਹਦੇ ਹਨ ਅਤੇ ਸਵਾਰੀਆਂ ਦਾ ਵੀ ਇੰਤਜ਼ਾਮ ਕਰਦੇ ਹਨ। ਰੇਲ ਗੱਡੀ ਜਿਹੜੀ ਹੈ ਇਹ ਕਿੰਨੇ ਦੇ ਡੱਬੇ ਕੋਈ ਗਿਣਤੀ ਪੱਕੀ ਨਹੀਂ, ਹਜ਼ਾਰਾਂ ਮੀਲਾਂ ਤੱਕ ਚਲੀ ਜਾਂਦੀ ਹੈ। ਜੇ ਆਪਣੀ ਲਾਈਨ ਤੋਂ ਉਖੜ ਜਾਵੇ ਅਤੇ ਜਿਹੜੇ ਬਹਿਣ ਵਾਲੇ ਉਹਨਾਂ ਦਾ ਵੀ ਕੁਝ ਨਹੀਂ ਰਹਿੰਦਾ ਅਤੇ ਗੱਡੀ ਦਾ ਵੀ ਕੁਝ ਨਹੀਂ ਰਹਿੰਦਾ। ਚਾਰਨ ਕਰੋ ਸ੍ਰੀ ਵਾਹਿਗੁਰੂ। ਇਸ ਕਰਕੇ ਜੇ ਆਪਣੀ ਲਾਈਨ ਤੋਂ ਹੀ ਉਖੜ ਗਏ ਤਾਂ ਦੋਸ਼ ਪਰਮੇਸ਼ਰ ਨੂੰ ਨਹੀਂ। ਮਹਾਰਾਜ ਕਹਿੰਦੇ ਨਾ ਪਹਿਲਾਂ ਹੀ ਸੋਚਿਆ, ਪਿਛਲੇ ਜਨਮ ਵਿੱਚ ਉਲਟ ਕੰਮ ਕੀਤੇ, ਉਹਦਾ ਉਲਟ ਫਲ ਖਾ ਰਿਹਾ ਹੈ ਅਤੇ ਗਾੜੀ ਫਿਰ ਉਲਟ ਸੋਚਦਾ ਹੈ। ਕਹਿੰਦਾ ਮੈਂ ਮੰਨਦਾ ਨਹੀਂ। ਇਹਨਾਂ ਨੂੰ ਪੁੱਛੋ ਜਿਹੜੇ ਵਾਹਿਗੁਰੂ ਕਹਿੰਦੇ ਰੱਬ ਦਿਸਿਆ। ਰੱਬ ਤਾਂ ਦਿਸਣਾ ਹੈ ਜੇ ਰਾਤ ਦਿਨੇ ਉਹਦੇ ਨਾਲ ਪ੍ਰੇਮ ਰੱਖਾਂਗੇ, ਉਹਨੂੰ ਯਾਦ ਕਰਾਂਗੇ ਅਤੇ ਮਿਲਣਾ ਉਹਦੀ ਮਰਜ਼ੀ ਹੈ, ਆਪਣਾ ਫਰਜ਼ ਯਾਦ ਕਰਨਾ। ਗੁਰੂ ਕੀ ਸਾਧ ਸੰਗਤ ਭਗਤ ਨਾਮਦੇਵ ਜੀ ਦਾ ਮਿੱਤਰ ਸੀ ਤਰਲੋਚਨ, ਜਿਹੜਾ ਬਾਣੀਆਂ ਹੈ, ਕਿਉਂਕਿ ਤਰਲੋਚਨ ਦੋ ਹੋਏ ਹਨ, ਇਤਿਹਾਸ ਵਿੱਚ ਆਉਂਦਾ ਹੈ। ਇੱਕ ਤਰਲੋਚਨ ਪੰਡਤ ਹੈ ਜਿਹਨੇ ਧੰਨੇ ਭਗਤ ਨੂੰ ਜਿਹੜਾ ਇੱਕ ਨਕਲੀ ਵੱਟਾ ਦੇ ਕੇ ਕਿਹਾ ਇਹ ਠਾਕਰ ਹੈ। ਇੱਕ ਤਰਲੋਚਨ ਬਾਣੀਆਂ ਹੋਇਆ ਹੈ, ਉਹ ਵੀ ਪਰਮੇਸ਼ਰ ਦਾ ਪਿਆਰਾ ਸੀ ਅਤੇ ਭਗਤ ਨਾਮਦੇਵ ਦਾ ਸੱਚਾ ਮਿੱਤਰ ਸੀ। ਭਗਤ ਨਾਮਦੇਵ ਜੀ ਨੂੰ ਕਈ ਵਾਰ ਪਰਮੇਸ਼ਰ ਮਿਲਿਆ
ਤੇ ਉਹ ਤਰਲੋਚਨ ਬਾਣੀਆਂ ਕਹਿਣ ਲੱਗਾ, ਨਾਮਦੇਵ ਤੈਨੂੰ ਪਰਮੇਸ਼ਰ ਦੇ ਦਰਸ਼ਨ ਹੋ ਜਾਂਦੇ, ਕਿਤੇ ਮੇਰੀ ਵੀ ਬੇਨਤੀ ਕਰ, ਮੈਨੂੰ ਕਦੋਂ ਦਰਸ਼ਨ ਦੇਵੇਗਾ। ਅੱਗੇ ਆਪ ਜੀ ਨੇ ਬਚਨ ਸੁਣਿਆ ਹੈ, ਸੰਖੇਪ ਵਿੱਚ ਬੇਨਤੀ ਹੈ। ਕਹਿੰਦੇ ਉਸ ਵੇਲੇ ਨਾਮਦੇਵ ਜੀ ਨੇ ਪਰਮੇਸ਼ਰ ਅੱਗੇ ਬੇਨਤੀ ਕੀਤੀ, ਮਹਾਰਾਜ ਇਹਦੇ 'ਤੇ ਵੀ ਕਿਰਪਾ ਕਰੋ, ਇਹਨੂੰ ਪ੍ਰਤੱਖ ਤੁਹਾਡੇ ਦਰਸ਼ਨ ਹੋ ਜਾਣ ਤੇ ਤਸੱਲੀ ਹੋ ਜਾਂਦੀ ਹੈ। ਤੇ ਉਸ ਕਰਕੇ ਪਰਮੇਸ਼ਰ ਨੇ ਉਹਦੀ ਬੇਨਤੀ ਸੁਣ ਕੇ ਕਿਹਾ, ਨਾਮਦੇਵ ਮੈਂ ਤੇਰਾ ਕਿਆ ਮੋੜ ਨਹੀਂ ਸਕਦਾ, ਜਿਹੜਾ ਮੇਰਾ ਭਗਤ ਹੈ ਉਹਦਾ ਮੈਂ ਦੇਣ ਨਹੀਂ ਦੇ ਸਕਦਾ। ਇਹ ਪਰਮੇਸ਼ਰ ਦਾ ਕਹਿਣਾ। ਪਹੁੰਚ ਨਾ ਹੰਗਾ ਭਗਤੀ ਦਾਵੇ, ਭਾਈ ਗੁਰਦਾਸ ਜੀ ਕਹਿੰਦੇ। ਇਸ ਕਰਕੇ ਉਹਨੇ ਕਿਹਾ ਦਰਸ਼ਨ ਦੇ ਦੇਵਾਂਗਾ ਤੇਰੇ ਕਹਿਣ ਕਰਕੇ। ਤੇ ਉਹਨੇ ਫਿਰ ਤਰਲੋਚਨ ਨੂੰ ਕਿਹਾ, ਭਾਈ ਤੇਰੀ ਬੇਨਤੀ ਪ੍ਰਵਾਨ ਹੋ ਗਈ, ਮੈਨੂੰ ਨਹੀਂ ਹੁਣ ਇਹ ਪਤਾ ਕਦੋਂ ਤੈਨੂੰ ਦਰਸ਼ਨ ਹੋਣ ਤੇ ਕਿਹੜੇ ਰੂਪ ਵਿੱਚ ਹੋ ਜਾਣ, ਇਹ ਪਰਮੇਸ਼ਰ ਜਾਣਦਾ ਹੈ। ਤੇ ਬੇਨਤੀ ਤੇਰੀ ਪ੍ਰਵਾਨ ਹੈ, ਤੂੰ ਆਸ ਰੱਖ ਕੇ ਉਹਨੂੰ ਯਾਦ ਰੱਖ। ਜਦੋਂ ਤੂੰ ਸੱਚੇ ਮਨ ਦੇ ਨਾਲ ਅੰਦਰੋਂ ਤੇਰੀ ਆਵਾਜ਼ ਆਏਗਾ, ਇੱਕਦਮ ਉਹ ਤੈਨੂੰ ਦਰਸ਼ਨ ਦੇ ਜਾਵੇਗਾ। ਇਸੇ ਪ੍ਰਕਾਰ ਇੱਕ ਜਗਤਾ ਸੇਠ ਸੀ, ਉਹਦੇ ਘਰ ਕੋਈ ਪੁੱਤਰ ਨਹੀਂ ਸੀ, ਤੇ ਭਾਈ ਜੈਤੇ ਦੇ ਕੋਲ ਉਹਨੇ ਵਿਚਾਰ ਪ੍ਰਗਟ ਕੀਤੀ ਆਪਣੀ, ਕਿ ਤੇਰਾ ਗੁਰੂ ਨਾਲ ਪ੍ਰੇਮ ਹੈ ਤੇ ਮੇਰੀ ਵੀ ਅਰਦਾਸ ਕਰ, ਮੇਰੀ ਵੀ ਦੁਨੀਆ ਨਾਲ ਸਾਂਝ ਬਣ ਜਾਵੇ। ਮੈਨੂੰ ਦੱਸ ਗੁਰੂ ਕਿੱਥੇ ਹੈ, ਕਿਵੇਂ ਮਿਲੇਗਾ, ਕਿਸ ਤਰ੍ਹਾਂ ਉਹਦੇ ਕੋਲ ਪਹੁੰਚਾਂ। ਉਹਨੇ ਕਿਹਾ ਤੈਨੂੰ ਜਾਣ ਦੀ ਲੋੜ ਨਹੀਂ, ਸਾਡਾ ਗੁਰੂ ਇੰਨਾ ਪਰਉਪਕਾਰੀ ਹੈ, ਆਪਣਾ ਮਨ ਦਾ ਭਾਂਡਾ ਸਾਫ਼ ਕਰ, ਗੁਰੂ ਤੇਰੇ ਕੋਲ ਆਪ ਚੱਲ ਕੇ ਆਵੇਗਾ। ਚਾਰਨ ਕਰੋ ਸ੍ਰੀ ਵਾਹਿਗੁਰੂ। ਇਹ ਪ੍ਰੇਮ ਦੀ ਨਿਸ਼ਾਨੀ ਸੱਚੇ ਦੀ ਹੈ। ਜਿਹਦੇ ਅੰਦਰ ਪ੍ਰੇਮ ਹੈ ਤੇ ਪਰਮੇਸ਼ਰ ਆਪ ਉਹਦੇ ਕੋਲ ਚੱਲ ਕੇ ਆ ਜਾਂਦਾ ਵੇਖ ਕੇ। ਕਿਉਂਕਿ ਵੇਖੋ, ਕੋਈ ਮੰਨੇ ਨਾ ਮੰਨੇ, ਇਤਿਹਾਸ ਦੀ ਗਵਾਹੀ ਹੈ ਕਿ ਜਿਹੜਾ ਮੱਕਾ ਹੈ, ਅਜੇ ਮੁਸਲਮਾਨ ਉਸ ਗੱਲ ਨੂੰ ਮੰਨਦੇ ਨਹੀਂ ਕਿ ਗੁਰੂ ਨਾਨਕ ਸਾਹਿਬ ਜੀ ਨੇ ਮੱਕਾ ਘੁਮਾਇਆ। ਤੇ ਉਹਨਾਂ ਦੇ ਆਪਣੇ ਇਤਿਹਾਸ ਵਿੱਚ ਆਉਂਦਾ ਕਿ ਉਹਨਾਂ ਦੇ ਇਸਲਾਮ ਧਰਮ ਦੀ ਇੱਕ ਬੀਬੀ ਰਹਿਬਾਂ, ਉਹਦੇ ਕਰਕੇ 60 ਕੋ ਮੱਕਾ ਉਹਦੇ ਕੋਲ ਆ ਗਿਆ, ਉਹਦੀ ਸ਼ਰਧਾ ਭਾਵਨਾ, ਉਹਦਾ ਪਰਉਪਕਾਰ ਵੇਖ ਕਰਕੇ। ਤੇ ਮੱਕਾ ਜਿਹੜਾ ਸੀ ਨੂੰ ਗੁਰੂ ਨਾਨਕ ਨੇ ਆਪ ਨਹੀਂ ਕਿਹਾ ਤੂੰ ਘੁੰਮ ਜਾ। ਮੱਕਾ ਜਿਹੜਾ ਆਪ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਵਾਲੇ ਹੋ ਕੇ ਉਹ ਸਹੀ ਸਮਝਦਾ ਹੈ, ਜਗ੍ਹਾ ਉਸ ਪਾਸੇ ਹੋ ਜਾਂਦਾ, ਜਿੱਧਰ ਚਰਨ ਕਰਦੇ ਹਨ ਉੱਧਰ ਹੋ ਜਾਂਦਾ। ਤੇ ਨਾਲੇ ਉਹਨਾਂ ਦਾ ਭਰਮ ਜਿਹੜਾ ਦੂਰ ਕਰਾਉਣਾ ਸੀ ਪਰਮੇਸ਼ਰ ਨੇ। ਇਸ ਕਰਕੇ ਗੁਰੂ ਕੀ ਸਾਧ ਸੰਗਤ ਸਤਿਗੁਰੂ ਜੀ ਕਹਿੰਦੇ ਹਨ ਕਿ ਭਾਈ ਜਦੋਂ ਭਾਂਡਾ ਸਾਫ਼ ਹੋ ਜਾਵੇ, ਕਿਸੇ ਨੂੰ ਪੁੱਛਣ ਦੱਸਣ ਦੀ, ਕਿਸੇ ਨਾਲ ਬਹਿਸਣ ਦੀ ਲੋੜ ਨਹੀਂ, ਆਪੇ ਕਿਰਪਾ ਹੋ ਜਾਂਦੀ ਹੈ। ਪਰ ਇਹ ਅਸੀਂ ਕਹਿ ਦਿੰਦੇ ਮਨ ਸਾਫ਼ ਚਾਹੀਦਾ, ਸਾਨੂੰ ਗੁਰੂ ਵਾਲੇ ਆਉਣ ਦੀ ਲੋੜ ਨਹੀਂ। ਤੇ ਮਨ ਗੁਰੂ ਨੇ ਸਾਫ਼ ਕਰਨਾ, ਜਿਹਨੇ ਸਾਫ਼ ਕਰਨਾ ਉਹਦੇ ਕੋਲ ਤੇ ਗਏ ਨਾ, ਆਪਣੇ ਆਪ ਕਿਵੇਂ ਹੋ ਜਾਵੇਗਾ। ਕੋਈ ਕਹਿੰਦਾ ਭਾਈ ਤੂੰ ਗੁਰੂ ਵਾਲਾ ਬਣ ਜਾ, ਰਹਿਤ ਰੱਖ, ਉਹ ਕਹਿੰਦਾ ਇਹਦੇ ਨਾਲ ਜ਼ਿਆਦਾ ਗੱਲ ਨਹੀਂ, ਮਨ ਸਾਫ਼ ਚਾਹੀਦਾ। ਤੇ ਗੁਰੂ ਦੀ ਜਦੋਂ ਗੱਲ ਹੀ ਨਹੀਂ ਮੰਨੀ ਤੇ ਗੁਰੂ ਕਿਵੇਂ ਕਿਰਪਾ ਕਰੇ। ਸਤਿਗੁਰੂ ਜੀ ਕਹਿੰਦੇ ਇਸ ਕਰਕੇ ਭਾਵੇਂ ਬਾਹਰੋਂ ਉਹਨੇ ਭੇਖ ਧਾਰ ਲਿਆ ਕਿਸੇ ਮਤਲਬ ਵਾਸਤੇ, ਕਿਸੇ ਰੁਜ਼ਗਾਰ ਵਾਸਤੇ, ਕਿਸੇ ਹੋਰ ਹੇਰਾ ਫੇਰੀ ਵਾਸਤੇ, ਪਰ ਸਤਿਗੁਰੂ ਜੀ ਕਹਿੰਦੇ ਉਹ ਪਰਮੇਸ਼ਰ ਜਾਣਦਾ ਇਹਦੇ ਅੰਦਰ ਕੀ ਹੈ। ਕਿਉਂਕਿ ਸਤਿਗੁਰੂ ਜੀ ਅੰਦਰ ਦੀ ਗੱਲ ਪਰਮੇਸ਼ਰ ਜੀ ਦੋਵੇਂ ਜਾਣਦੇ ਹਨ, ਗੁਰੂ ਤੇ ਪਰਮੇਸ਼ਰ। ਬਾਹਰ ਭੇਖ ਨਾ ਖਾਓ ਪੀਣ, ਬਾਹਰਲੇ ਭੇਖ ਤੇ ਖੁਸ਼ ਨਹੀਂ ਹੁੰਦਾ। ਇਹ ਤਾਂ ਸਭ ਕੁਝ ਉਹਨੇ ਆਪ ਬਣਾਇਆ, ਉਹਦੇ ਕੋਲੋਂ ਲੁਕੇਗਾ ਕਿਵੇਂ। ਇਸ ਕਰਕੇ ਮਹਾਰਾਜ ਕਥਨ ਕਰਦੇ, ਉਹ ਇਹ ਗੱਲ ਸਮਝਦਾ ਨਹੀਂ ਤੇ ਜੀਵ ਕਰਦਾ ਕੀ ਹੈ। ਬਹੁਤੇ ਭੇਖ ਕਰੇ ਭੇਖ ਧਾਰੇ, ਬਿਨ ਸ਼ਬਦੈ ਹਉ ਮੈਂ ਕਿਨੈ ਨ ਮਾਰੇ। ਹੁਣ ਨਕਲੀ ਬੰਦਾ ਜਿਹੜਾ ਜ਼ਿਆਦਾ ਭੇਖ ਸ਼ੋਅ ਵਾਲਾ ਬਣਾਵੇਗਾ, ਬਹੁਤੇ ਤਰ੍ਹਾਂ ਦੇ ਕਈ ਕੜੇ ਪਾਵੇਗਾ, ਬਹੁਤੇ ਕਈ ਹੋਰ ਐਸੇ ਬਣਾਉਤ ਬਣਾਵੇਗਾ। ਤੇ ਜਿਹੜੇ ਗੁਰੂ ਕੇ ਪਿਆਰੇ ਕਹਿੰਦੇ ਮਹਾਰਾਜ ਕਿਰਪਾ ਕਰ ਜਿਹੜੀ ਤੂੰ ਰਹਿਤ ਬਖਸ਼ੀ ਸਾਡੇ ਕੋਲੋਂ ਉਨੀ ਨਿਭ ਜਾਵੇ ਬੜੀ। ਚਾਰਨ ਕਰੋ ਸ੍ਰੀ ਵਾਹਿਗੁਰੂ। ਕਿਉਂਕਿ ਆਪਾਂ ਕਹਿੰਦੇ ਵਾਧ ਘਾਟ ਤੋਂ ਬਚਾਉਣਾ, ਜਿਹੜਾ ਵਾਧਾ ਆਪਣੀ ਮਰਜ਼ੀ ਨਾਲ ਕਰਨਾ ਉਹ ਵੀ ਉਹਨੂੰ ਲੇਖੇ ਵਿੱਚ ਨਹੀਂ ਮਨਜ਼ੂਰ ਨਹੀਂ ਹੁੰਦਾ, ਤੇ ਜਿਹੜਾ ਉਹਦੀ ਗੱਲ ਮੰਨਦਾ ਨਹੀਂ ਉਹ ਵੀ ਲੇਖੇ ਵਿੱਚ ਨਹੀਂ। ਜਿਹੜੀ ਪੂਰੇ ਗੁਰੂ ਦੀ ਮੱਤ ਹੈ ਉਹਦੇ ਅਨੁਸਾਰ ਹੀ ਕਿਰਪਾ ਹੋਣੀ ਹੈ। ਤੇ ਸਤਿਗੁਰੂ ਜੀ ਕਥਨ ਕਰਦੇ, ਇਹ ਭੇਖ ਧਾਰੀ ਜੀਵ ਜਿਹੜੇ ਡਰਾਮੇ ਕਰਨ ਵਾਲੇ, ਕਈ ਤਰ੍ਹਾਂ ਦੇ ਸਾਂਗ ਲਾਉਣ ਵਾਲੇ, ਉਹਨਾਂ ਨਟਾਂ ਵਾਂਗ ਬਹੁਤੇ ਭੇਖ ਧਾਰਨ ਕਰਦਾ। ਕਦੀ ਕੋਈ ਭੇਖ ਧਾਰ ਲਿਆ, ਕਦੀ ਕੋਈ ਧਾਰ ਲਿਆ। ਆਮ ਸਿਆਣੇ ਮਨੁੱਖ ਕਈ ਵੇਖ ਲਓ ਬਿਨਾਂ ਕਾਰਨ ਤੋਂ ਹੀ, ਕਦੀ ਉਹ ਅਫਸਰਾਂ ਵਾਲਾ ਭੇਖ ਧਾਰ ਲੈਂਦੇ, ਪੜ੍ਹੇ ਲਿਖਿਆਂ ਵਾਲਾ ਸਾਨੂੰ ਕਿਸੇ ਨਾ ਕਿਸੇ ਨੂੰ ਪੜ੍ਹ ਹੈ, ਕਦੀ ਉਹ ਗੁਰਮੁਖਾਂ ਵਾਲਾ ਭੇਖ ਧਾਰ ਲੈਂਦੇ। ਤੇ ਸਤਿਗੁਰਾਂ ਨੇ ਗੁਰਬਾਣੀ ਵਿੱਚ ਕਈ ਥਾਈਂ ਫਰਮਾਇਆ, ਤੇ ਮਹਾਂਪੁਰਖਾਂ ਦਾ ਵੀ ਕਹਿਣਾ ਜਿਹੜਾ ਇੱਕ ਭੇਖ ਇੱਕ ਲਿਬਾਸ ਰੱਖੇਗਾ,
ਇੱਕ ਥਾਂ 'ਤੇ ਉਹਦਾ ਟਿਕਾਣਾ ਹੋਵੇਗਾ, ਇੱਕ ਥਾਂ ਸ਼ਰਧਾ ਹੋਵੇਗੀ, ਉਹਦਾ ਜਿਹੜਾ ਕੋਈ ਵੀ ਕੰਮ ਹੈ ਪ੍ਰਵਾਨ ਹੋ ਜਾਂਦਾ ਹੈ। ਅਤੇ ਬੰਦਾ ਜਿਹੜਾ ਗੁਰੂ ਦੀ ਬਖਸ਼ੀ ਦਾਤ ਨੂੰ, ਗੁਰੂ ਦੇ ਭੇਖ ਨੂੰ ਬਦਲ ਕੇ ਹੋਰ ਬਣਾਉਂਦਾ ਕਿ ਮੈਂ ਅਨਪੜ੍ਹਾਂ ਵਿੱਚ ਨਾ ਗਿਣਿਆ ਜਾਵਾਂ। ਇਸ ਕਰਕੇ ਬਾਹਰਲੇ ਭੇਖ 'ਤੇ ਵੀ ਖੁਸ਼ ਨਹੀਂ। ਅਤੇ ਸਤਿਗੁਰੂ 10ਵੇਂ ਪਾਤਸ਼ਾਹ ਜੀ ਦਾ ਫਰਮਾਨ ਹੈ, ਕੇਸ ਧਰੇ ਪੌਰ ਬਿਨਾ ਭੇਖੀ ਮੂਰਖ ਸਿੱਖ, ਮੇਰਾ ਦਰਸ਼ਨ ਨਾਹੀਂ ਤਿਸ ਪਾਪੀ ਤਿਆਗੇ ਭਿਖ। ਭੇਖ ਦਿਖਾਵੇ ਜਗਤ ਕੋ ਲੋਗਨ ਕੋ ਬਸ ਕੀਨ, ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋਲੀਨ। ਇਹ ਹੁਣ ਵੱਡੀ ਰਹਿ ਰਾਸ ਦੇ ਵਿੱਚ ਵੀ ਸ਼ਬਦ ਆਉਂਦਾ ਹੈ, ਜਿਹੜੇ ਪ੍ਰੇਮੀ ਕਰਨ ਵਾਲੇ ਇਹਨਾਂ ਨੂੰ ਪਤਾ ਹੈ। ਉੱਥੇ ਵੀ ਗੁਰੂ ਕਲਗੀਧਰ ਜੀ ਦਾ ਫਰਮਾਨ ਹੈ ਕਿ ਦੁਨੀਆ ਨੂੰ ਭੇਖ ਦਿਖਾਉਂਦਾ, ਦੁਨੀਆ ਨੂੰ ਵਸ ਕਰਨ ਵਾਸਤੇ, ਅਸਰ ਪਾਉਣ ਵਾਸਤੇ ਅੰਦਰ ਕੁਝ ਹੋਰ ਹੈ। ਅੰਤ ਨੂੰ ਕੀ ਹੁੰਦਾ, ਜੰਮ ਜਿਹੜੇ ਕੈਂਚੀ ਨਾਲ ਇਹਦਾ ਓਟਾ ਪੋਟਾ ਬੋਟੀ ਕੱਟਦੇ ਹਨ, ਫਿਰ ਤੜਫਦਾ ਹੈ ਅਤੇ ਫਿਰ ਨਰਕਾਂ ਦੇ ਵਿੱਚ ਸੁੱਟ ਦਿੰਦੇ ਹਨ ਕਿ ਤੂੰ ਭੇਖ ਬਣਾਇਆ, ਉਹ ਕੰਮ ਕੀਤਾ ਨਹੀਂ। ਨਾਰ ਖਾ ਲਿਆਵੇ ਧਰਮ ਸਿੰਘ, ਨਾਰ ਖਾ ਲਿਆਵੇ ਅੰਮ੍ਰਿਤਪਾਲ ਸਿੰਘ, ਅਤੇ ਕੰਮ ਉਲਟੇ ਹੋਣ ਅਤੇ ਗੁਰੂ ਖੁਸ਼ ਕਿਵੇਂ ਹੋਵੇ। ਇਸ ਕਰਕੇ ਧਰਮ ਉਹਦਾ ਨਾਂ ਰੱਖਿਆ ਸਫਲ ਹੈ ਜਿਹੜਾ ਧਰਮ ਦੇ ਕੰਮ ਕਰੇਗਾ, ਧਰਮੀ ਹੋਵੇਗਾ। ਧਰਮ ਕਮਾਵੇ ਉਹਨੂੰ ਧਰਮੀ ਕਿਹਾ ਜਾਂਦਾ, ਪਾਪ ਕਮਾਵੇ ਪਾਪੀ ਜਾਣੀਏ। ਇਸ ਕਰਕੇ ਕਹਿੰਦੇ ਸਦਾ ਰਹੇ ਦੁਨੀਆ 'ਤੇ ਨਾਂ ਧਰਮੀ ਬੰਦਿਆਂ ਦਾ। ਹੁਣ ਸਤਿਗੁਰੂ ਜੀ ਕਹਿੰਦੇ ਬਾਹਰੋਂ ਭੇਖ ਧਾਰਦਾ, ਅੰਦਰੋਂ ਗੱਲ ਨੂੰ ਮੰਨਦਾ ਨਹੀਂ। ਹੁਣ ਜਿਹੜੇ ਡਰਾਮਾ ਕਰਨ ਵਾਲੇ, ਕੋਈ ਹੋਰ ਕਈ ਤਰ੍ਹਾਂ ਦਾ, ਕੋਈ ਜਿਹੜਾ ਬਣਾਉਣ ਵਾਲੇ, ਲੀਲਾ ਬਣਾਉਣ ਵਾਲੇ ਰਾਮ ਚੰਦਰ ਜੀ ਦਾ ਭੇਸ ਧਾਰਦੇ ਹਨ। ਅਤੇ ਕਈ ਵਾਰ ਇਹ ਗੱਲ ਚੱਲੀ ਹੈ ਕਿ ਜਿਹਨੇ ਰਾਮ ਚੰਦਰ ਦਾ ਭੇਸ ਧਾਰਿਆ ਸੀ, ਜਦੋਂ ਉਹ ਖੇਡ ਖਤਮ ਹੋ ਗਈ ਅਤੇ ਬਾਹਰ ਕਿਸੇ ਨੇ ਵੇਖਿਆ ਅਤੇ ਸਿਰਗਟਾਂ ਪੀਣ ਡਿਆ। ਕਹਿ ਦੇਣਾ ਸੀ ਫਲਾਣੇ ਨੂੰ ਮੰਨਦੇ ਹਾਂ, ਇਹ ਵੇਖੀਏ ਉਹਦੇ ਵਾਲੀ ਸਾਡੀ ਕਰਨੀ ਹੈ, ਉਹਦੇ ਵਾਲਾ ਸਾਡੇ ਕੋਲ ਕੋਈ ਗੁਣ ਹੈ। ਬਾਹਰੋਂ ਅਸੀਂ ਕੀ ਕਰਦੇ, ਸਾਨੂੰ ਇਹ ਨਹੀਂ ਪਤਾ ਕਿਹਨੂੰ ਮੰਨਦੇ, ਜਗ੍ਹਾ ਕਿਸੇ ਦੀ ਹੋਰ ਬਣਾ ਦੇਣੀ, ਮੰਨਣਾ ਕਿਸੇ ਨੂੰ ਹੋਰ। ਇਹ ਵੀ ਨਹੀਂ ਪਤਾ ਕਿਹਦੇ ਲਾਗੇ ਕਿਹੜੀ ਜਗ੍ਹਾ ਬਣਾਉਣੀ, ਕਿਹੜੀ ਨਹੀਂ ਬਣਾਉਣੀ। ਇਹ ਸਾਨੂੰ ਕੋਈ ਧਰਮ ਦਾ, ਕੋਈ ਵਿਧੀ ਦਾ, ਤਰੀਕੇ ਦਾ ਪਤਾ ਨਹੀਂ। ਇਹ ਕੋਈ ਨਿੰਦਿਆ ਵਾਲੀ ਗੱਲ ਨਹੀਂ, ਪਰ ਸਾਡਾ ਕੋਈ ਨਿਸ਼ਾਨਾ ਹੋਵੇ ਜਿਹਦਾ ਪਤਾ ਹੀ ਨਹੀਂ, ਕੋਈ ਪੁੱਛੇਗਾ ਤਾਂ ਕੀ ਦੱਸਾਂਗੇ। ਹੁਣ ਸਤਿਗੁਰੂ ਜੀ ਕਹਿੰਦੇ ਬਾਹਰਲੇ ਜਿੰਨੇ ਵੀ ਇਹੋ ਜਿਹੇ ਪਖੰਡ ਹਨ, ਇਹ ਜਾਂ ਅਣਜਾਣਪੁਣਾ ਜਾਂ ਆਪਣੇ ਭੇਖ ਕਮਾਈ ਵਾਸਤੇ, ਖੱਟੀ ਵਾਸਤੇ ਇਹੋ ਜਿਹੇ ਕੰਮ ਚੱਲਦੇ ਹਨ। ਮਾੜਾ ਕੋਈ ਨਹੀਂ, ਪਰ ਜਿੰਨਾ ਚਿਰ ਇੱਕ ਥਾਂ ਜੇ ਨੇਚਾ ਨਹੀਂ ਰੱਖਣੀ, ਉਹਨਾਂ ਚਿਰ ਗੱਲ ਨਹੀਂ ਬਣਨੀ। ਗੁਰ ਉਪਦੇਸ਼ ਤੋਂ ਬਿਨਾਂ ਹੰਗਤਾ ਮਮਤਾ ਕਿਸੇ ਨੇ ਵੀ ਨਹੀਂ ਮਾਰਨਾ ਕੀਤੀ, ਜਿੰਨਾ ਚਿਰ ਗੁਰੂ ਵਾਲੀ ਗੱਲ ਨਹੀਂ ਮੰਨੀ। ਭਾਵੇਂ ਕੁਝ ਕਰਦਾ ਰਹੇ, ਉਹਨੂੰ ਮਨਜ਼ੂਰ ਨਹੀਂ। ਲੋਕ ਭਾਵੇਂ ਕਹਿਣ ਬੜਾ ਚੰਗਾ ਕੀਤਾ, ਪਰ ਪਰਮੇਸ਼ਰ ਨਹੀਂ ਮੰਨਦਾ। ਜੀਵਤ ਮਰੇ ਤਾਂ ਮੁਕਤ ਹੋਵੇ, ਸੱਚੇ ਨਾਏ ਸਮਾਇਆ। ਹੁਣ ਗੱਲ ਸਤਿਗੁਰੂ ਜੀ ਫਿਰ ਉਹੀ ਸਮਝਾ ਰਹੇ ਹਨ ਕਿ ਭਾਈ ਹਉਮੈ ਨੂੰ ਛੱਡਣਾ, ਜੀਵਤ ਭਾਅ ਤੋਂ ਮਰਨਾ। ਜੀਵਤ ਭਾਅ ਤੋਂ ਮਰਨਾ ਦਾ ਭਾਵ ਕਿ ਮੈਂ ਜਿਹੜੀ ਕਦੇ ਵੀ ਨਾ ਹੋਵੇ। ਗੱਲ ਇੱਕ ਕਰਨੀ ਅਤੇ 10 ਵਾਰ ਮੈਂ ਕਹਿ ਦੇਣਾ, ਕਿ ਜੇ ਮੈਂ ਨਾ ਆਖੀ ਤਾਂ ਪਤਾ ਨਹੀਂ ਹੋਰ ਕਿਸੇ ਨੂੰ ਵਡਿਆਈ ਨਾ ਮਿਲ ਜਾਵੇ। ਬਹੁਤੇ ਵਡਿਆਈ ਦੇ ਭੁੱਖੇ ਹੁੰਦੇ ਹਨ। ਕੰਮ ਭਾਵੇਂ ਕੋਈ ਵੀ ਚੰਗਾ ਕਰ ਲਵੇ, ਕਹਿਣਾ ਮੈਂ ਕਰਾਂ ਤਾਂ ਚੰਗਾ ਹੈ, ਨਹੀਂ ਤਾਂ ਗਲਤ ਹੈ। ਇਹ ਝੂਠ ਹੈ। ਉਹ ਮੈਂ ਜਿਹੜੀ ਹੈ, ਇਹ ਸਭ ਤੋਂ ਵੱਡੀ ਬਿਮਾਰੀ ਹੈ। ਅਜੇ ਕੋਈ ਖਾਣ ਵਾਲਾ, ਕੋਈ ਸਿੱਧਾ ਪਾਪ ਕਰਨ ਵਾਲਾ, ਉਹ ਛੇਤੀ ਜ਼ਾਹਰ ਹੋ ਜਾਂਦਾ। ਜਿਹੜੀ ਮੈਂ ਹੈ ਅੰਦਰੇ ਅੰਦਰ ਬੰਦੇ ਨੂੰ ਇਹ ਖਾ ਜਾਂਦੀ ਘੁਣ ਵਾਂਗੂ। ਉਹ ਕਹਿੰਦਾ ਮੇਰੇ ਵਰਗਾ ਕੋਈ ਸਿਆਣਾ ਨਹੀਂ, ਮੇਰੇ ਵਰਗੀ ਕਿਸੇ ਨੂੰ ਸਮਝ ਨਹੀਂ। ਸਤਿਗੁਰੂ ਜੀ ਕਹਿੰਦੇ ਇਹ ਮੈਂ ਨੂੰ ਪਹਿਲਾਂ ਖਤਮ ਕਰੇ, ਅਤੇ ਕਰਨੀ ਗੁਰੂ ਨੇ ਹੈ, ਉਹਦੇ ਕੋਲ ਜਾਵੇਗਾ ਅਤੇ ਹੋਵੇਗੀ। ਜੀਵਤ ਭਾਅ ਤੋਂ ਮਰ ਕੇ ਸੱਚੇ ਨਾਮ ਸਿਮਰਨ ਵਿੱਚ ਸਮਾਉਣਾ ਕਰੇ, ਅਤੇ ਜਿੱਥੇ ਮੈਂ ਕਹਿੰਦਾ ਉੱਥੇ ਕਰੇ ਗੁਰੂ ਕਿਰਪਾ ਕੀਤੀ। ਜਦੋਂ ਗੁਰੂ ਦੀ ਕਿਰਪਾ ਆ ਗਈ, ਜਿੱਥੇ ਕਿਰਪਾ ਹੋ ਗਈ, ਉੱਥੇ ਨੁਕਸਾਨ ਕੀ ਹੋਵੇਗਾ ਅਤੇ ਦੁੱਖ ਕੀ ਹੋਵੇਗਾ। ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਇਹ ਜੀਵ ਮੁਕਤੀ ਨੂੰ ਫਿਰ ਪਾਉਂਦਾ ਹੈ, ਪਰ ਉਹ ਕੰਮ ਕਰਦਾ ਨਹੀਂ, ਦੁਖੀ ਹੁੰਦਾ ਹੈ, ਭਟਕਦਾ ਹੈ, ਫਿਰ ਮਗਰੋਂ ਪਛਤਾਉਂਦਾ, ਸਮਾਂ ਲੰਘ ਜਾਂਦਾ। ਅਗਿਆਨ ਤ੍ਰਿਸ਼ਨਾ ਇਸ ਤਨੇ ਜਲਾਏ, ਤਿਸ ਦੀ ਬੂਝੈ ਜੇ ਗੁਰ ਸ਼ਬਦ ਕਮਾਏ। ਬੇਸਮਝੀ ਕਰਕੇ, ਅਗਿਆਨ ਕਰਕੇ, ਮਾਇਆ ਦੀ ਤ੍ਰਿਸ਼ਨਾ ਰੂਪ ਅੱਗ ਵਿੱਚ ਇਸ ਸਰੀਰ ਨੂੰ ਇਹ ਸਾੜ ਰਹੀ ਹੈ। ਇਹ ਤ੍ਰਿਸ਼ਨਾ ਪੂਰੀ ਨਹੀਂ ਹੁੰਦੀ। ਭਾਵੇਂ ਸਭ ਤੋਂ ਜ਼ਿਆਦਾ ਕਮਾਈ ਕਰਦਾ, ਕਿਸੇ ਨੂੰ ਉਹਦੇ ਨਾਲ ਰੁਪਈਆ ਵੱਧ ਮਿਲ ਗਿਆ ਅਤੇ ਫਿਰ ਵੀ ਕਹਿਣਾ ਇਹਨੂੰ ਮਿਲ ਗਿਆ, ਇਹ ਵੀ ਮੇਰੇ ਕੋਲ ਹੀ ਆ ਜਾਂਦਾ। ਐਸੇ ਦੁਨੀਆ 'ਤੇ ਰਾਜੇ ਹੋਏ ਜਿਨ੍ਹਾਂ ਨੇ ਮਰਿਆਂ ਦੇ ਮੂੰਹ ਦੇ ਵਿੱਚੋਂ, ਕਬਰਾਂ ਵਿੱਚੋਂ ਜਾ ਕੇ ਵੀ ਪੈਸੇ ਕੱਢੇ, ਅਤੇ ਮੁਰਦਿਆਂ ਦੇ ਮੂੰਹ ਵਿੱਚੋਂ ਪੈਸੇ ਕੱਢ ਕੇ ਜਮ੍ਹਾਂ ਕਰ ਲਈਏ, ਅਤੇ ਭੁੱਖ ਫਿਰ ਵੀ ਦੂਰ ਨਹੀਂ ਹੋਈ।
ਇਹ ਗੱਲ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਜੀ ਬਚਨ ਦੱਸ ਗਏ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਕਹਿੰਦੇ ਸਾਰੀ ਪੁਰੀਆਂ ਦੀ ਉਹਨੂੰ ਜੇ ਦਿਓ ਸਮੱਗਰੀ ਸਾਰੀ, ਫਿਰ ਵੀ ਉਹ ਸੰਤੋਖ ਨਹੀਂ ਆਵੇਗਾ, ਰੱਜੇਗਾ ਨਹੀਂ। ਅਤੇ ਜਿਹਨੂੰ ਸੰਤੋਖ ਆਉਣਾ ਉਹ ਕਹਿੰਦਾ ਪਰਮੇਸ਼ਰ ਜੇ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ। ਉਹ ਆਂਦਾ ਜੇ ਤੂੰ ਮੈਨੂੰ ਸਰੀਰ ਦਿੱਤਾ ਹੈ, ਤੂੰ ਮੈਨੂੰ ਆਪਣਾ ਪ੍ਰੇਮ ਦਿੱਤਾ ਅਤੇ ਮੈਨੂੰ ਸਭ ਕੁਝ ਦੀ ਆਸ ਹੈ। ਜੇ ਤੇਰੇ ਨਾਲੋਂ ਪ੍ਰੇਮ ਟੁੱਟ ਗਿਆ ਤਾਂ ਮੇਰਾ ਕੁਝ ਵੀ ਨਹੀਂ। ਇਸ ਕਰਕੇ ਸਤਿਗੁਰੂ ਜੀ ਕਥਨ ਕਰਦੇ ਹਨ, ਜਿਹੜਾ ਗੁਰੂ ਦੇ ਬਚਨ ਨੂੰ ਮੰਨੇਗਾ ਉਹਦੀ ਤ੍ਰਿਸ਼ਨਾ ਦੂਰ ਹੋਵੇਗੀ। ਤ੍ਰਿਸ਼ਨਾ ਬੁਝੈ ਹਰਿ ਕੈ ਨਾਮ। ਤ੍ਰਿਸ਼ਨਾ ਅੱਗ ਹੈ ਅਤੇ ਨਾਮ ਪਾਣੀ ਵਾਂਗੂ ਉਹਨੂੰ ਬੁਝਾਉਣ ਵਾਲਾ ਹੈ ਤ੍ਰਿਸ਼ਨਾ ਨੂੰ। ਤਨ ਮਨ ਸੀਤਲ ਕ੍ਰੋਧ ਨਵਾਰੇ ਹਉਮੈ ਮਾਰ ਸਮਾਇਆ। ਹੁਣ ਇੱਥੇ ਕੜਾਹ ਪ੍ਰਸ਼ਾਦ ਨੂੰ ਭੋਗ ਲੱਗਦਾ, ਜਦੋਂ ਵੀ ਗੁਰੂ ਘਰ ਅਰਦਾਸ ਹੁੰਦੀ ਹੈ ਅਤੇ ਉੱਥੇ ਕਿਹਾ ਜਾਂਦਾ ਮਹਾਰਾਜ ਆਪ ਜੀ ਪ੍ਰਵਾਨ ਕਰੋ, ਭੋਗ ਲਾਓ ਅਤੇ ਤੁਹਾਡਾ ਲੱਗਾ ਭੋਗ ਸੀਤ ਪ੍ਰਸ਼ਾਦ ਸੰਗਤ ਛਕੇ ਭੋਗ ਲੱਗਾ ਹੋਇਆ। ਅਤੇ ਸੀਤ ਪ੍ਰਸ਼ਾਦ ਤੋਂ ਭਾਵ ਸਾਨੂੰ ਸ਼ਾਂਤੀ ਆ ਜਾਵੇ। ਜੇ ਅਸੀਂ ਕਹੀਏ ਵਾਰ-ਵਾਰ ਅਸੀਂ ਪ੍ਰਸ਼ਾਦ ਲਈਏ ਜਾਈਏ ਤਾਂ ਸਾਨੂੰ ਕੀ ਪਤਾ ਸ਼ਾਂਤੀ ਆਏ ਕਿ ਨਹੀਂ। ਇਹ ਸੀਤ ਪ੍ਰਸ਼ਾਦ ਹੈ ਕਿ ਲਾਭ ਹੈ, ਲੋਭ ਹੈ। ਜਿਹਨੂੰ ਪ੍ਰਸ਼ਾਦ ਮਿਲ ਗਿਆ ਨੇ ਇੱਕ ਕਿਣਕੇ 'ਤੇ ਵੀ ਸੰਤੋਖ ਕਰ ਲਿਆ, ਅਤੇ ਨਹੀਂ ਤਾਂ ਫਿਰ ਦੂਜਿਆਂ ਵਾਸਤੇ ਤਾਂ ਉਹ ਕੁਣਕਾ ਹੀ ਹੈ, ਉਹ ਕਿਣਕਾ ਵੀ ਨਹੀਂ ਕਹਿੰਦੇ। ਅਤੇ ਜਿਹਨੂੰ ਮਿਲ ਗਿਆ ਪ੍ਰਸ਼ਾਦ ਤੋਂ ਭਾਵ ਹੁੰਦਾ ਕਿਰਪਾ। ਪ੍ਰਸਾਦ ਕੇ ਪਰੇ ਸਵਾਦ। ਪ੍ਰਸਾਦ ਇਹਨੂੰ ਤਾਂ ਹੀ ਬੋਲਿਆ ਜਾਂਦਾ ਕਿ ਇਹਦੇ ਤੋਂ ਵੱਡਾ ਹੋਰ ਕੋਈ ਸਵਾਦ ਨਹੀਂ। ਜਿੰਨੇ ਦੁਨੀਆ ਦੇ ਪਦਾਰਥ ਸਭ ਤੋਂ ਵੱਡਾ ਇਹਨੂੰ ਮੰਨਿਆ ਗਿਆ। ਅੱਜ ਦੇ ਸਮੇਂ ਵਿੱਚ ਨਾ ਕੋਈ ਪ੍ਰਸ਼ਾਦ ਹੀ ਬਹੁਤਾ ਸਾਰੇ ਪਹੁੰਚਾ ਸਕਦੇ ਅਤੇ ਨਾ ਨਾਮ ਹੀ ਪਹੁੰਚਾ ਸਕਦੇ। ਚਾਰਨ ਕਰੋ ਸ੍ਰੀ ਵਾਹਿਗੁਰੂ। ਨਾਮ ਵੀ ਮਿੱਠਾ ਹੈ ਅਤੇ ਪ੍ਰਸ਼ਾਦ ਵੀ ਮਿੱਠਾ ਹੈ, ਸਾਰਿਆਂ ਨੂੰ ਸੂਤਰ ਨਹੀਂ ਆਉਂਦਾ। ਕੋਈ ਕਹਿੰਦਾ ਮੈਨੂੰ ਆਹ ਮੁਸ਼ਕਿਲ, ਕੋਈ ਕਹਿੰਦਾ ਆਹ ਮੁਸ਼ਕਿਲ ਹੈ। ਅਤੇ ਜੇ ਕੋਈ ਛਕਣ ਵਾਲਾ ਤਾਂ ਉਹਦੀਆਂ ਗੱਲਾਂ ਬਣਾਉਂਦੇ, ਛਕ ਲਿਆ ਇਹਨੇ ਬਹੁਤਾ, ਉਹਦਾ ਜਿਗਰਾ ਉਹਨੂੰ ਛਕ ਲਿਆ, ਤੇਰਾ ਜਿਗਰਾ ਨਹੀਂ। ਇਸ ਕਰਕੇ ਸਤਿਗੁਰੂ ਜੀ ਕਥਨ ਕਰਦੇ ਭਾਈ ਉਹ ਸੀਤਲ ਮੁੰਦਾ ਮਨ। ਸੀਤ ਪ੍ਰਸ਼ਾਦ ਛਕਿਆ ਅਤੇ ਉਹਦੇ 'ਤੇ ਭਰੋਸਾ ਰੱਖਿਆ ਕਿ ਮੇਰੇ 'ਤੇ ਗੁਰੂ ਕਿਰਪਾ ਕੀਤੀ, ਉਹਦਾ ਭੋਗ ਲੱਗਾ ਅਤੇ ਮੈਨੂੰ ਮਿਲ ਗਿਆ। ਭਾਈ ਮਨੀ ਸਿੰਘ ਜੀ ਨੇ, ਨਾਵੇਂ ਪਾਤਸ਼ਾਹ ਜੀ ਨੇ ਜਿਹੜੇ ਗੰਨੇ ਚੂਪੇ ਸੀ, ਉਹ ਜੂਠੀਆਂ ਛਿੱਲਾਂ ਜਿਹੜੀਆਂ ਮੂੰਹ ਵਿੱਚ ਪਾ ਕੇ ਪ੍ਰਸ਼ਾਦ ਸਮਝ ਕੇ ਜਦੋਂ ਛਕਿਆ, ਉਹਦਾ ਰਸ ਲਿਆ, ਉਹਦੇ ਵਿੱਚ ਹੀ ਉਹਨੂੰ ਕਿੰਨੀ ਤਾਕਤ ਮਿਲ ਗਈ। ਜੇ ਸ਼ਕਤੀ ਆ ਗਈ ਅਤੇ ਕਹਿਣ ਲੱਗਾ ਮਹਾਰਾਜ ਇਹ ਦਿੱਲੀ ਦੀ ਗੱਲ ਹੈ, ਜਦੋਂ ਉੱਥੇ ਦੁਸ਼ਟਾਂ ਨੇ ਤਸੀਹੇ ਦੇਣੇ ਕੀਤੇ, ਇੰਨੀ ਸ਼ਕਤੀ ਆ ਗਈ। ਕਹਿਣ ਲੱਗਾ ਮਹਾਰਾਜ ਕਿਰਪਾ ਕਰੋ ਅਤੇ ਮੈਂ ਅੱਜ ਹੀ ਇਹਨਾਂ ਦਾ ਸਤਿਆਨਾਸ਼ ਕਰ ਦੇਵਾਂ, ਇਹ ਇੱਟ ਨਾਲ ਇੱਟ ਖੜਕਾ ਦੇਵਾਂ ਸ਼ਹਿਰ ਦੀ। ਅਤੇ ਸਤਿਗੁਰੂ ਜੀ ਜਾਣੀ ਜਾਣ ਸਨ। ਕਹਿੰਦੇ ਭਾਈ ਤੇਰੇ ਕੋਲ ਸ਼ਕਤੀ ਆਈ ਕਿੱਥੋਂ, ਤੂੰ ਕੀ ਖਾਧਾ ਪੀਤਾ ਕੀ ਹੈ। ਫਿਰ ਉਹਨੂੰ ਠੋਕਰ ਵੱਜੀ। ਕਹਿਣ ਲੱਗਾ ਮਹਾਰਾਜ ਆਪ ਜੀ ਦੀਆਂ ਜੂਠੀਆਂ ਛਿੱਲਾਂ ਜਿਹੜੀਆਂ ਸੀ ਸੀਤ ਪ੍ਰਸ਼ਾਦ ਜਾਣ ਕੇ ਉਹ ਮੈਂ ਛਕੀਆਂ। ਅਤੇ ਕਹਿੰਦੇ ਫਿਰ ਅਸੀਂ ਨਹੀਂ ਕੋਈ ਕਰ ਸਕਦੇ। ਇਹ ਭਾਣੇ ਵਿੱਚ ਰਹਿ ਕੇ ਪਰਮੇਸ਼ਰ ਨੂੰ ਫਿਰ ਪਾਇਆ ਜਾਂਦਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਉਹਨਾਂ ਨੇ ਹਉਮੈ ਨੂੰ ਦੂਰ ਕੀਤਾ ਹੈ ਅਤੇ ਇਹਨਾਂ ਦਾ ਮਨ ਸੀਤਲ ਹੈ, ਸ਼ਾਂਤ ਹੈ, ਉਹ ਛੇਤੀ ਕਾਹਲ ਨਹੀਂ ਆਉਂਦੇ। ਉਹ ਪਰਮੇਸ਼ਰ ਵਿੱਚ ਐਸਾ ਜੀਵ ਅਭੇਦ ਹੋਇਆ ਹੈ, ਜਿਵੇਂ ਪਾਣੀ ਵਿੱਚ ਪਾਣੀ ਰਲ ਜਾਵੇ, ਉਹ ਪਾਣੀ ਮੁੜ ਕੇ ਵੱਖ ਨਹੀਂ ਕੀਤਾ ਜਾਂਦਾ। ਜਿਹੜਾ ਰੱਬ ਨਾਲ ਇੱਕ ਵਾਰ ਮਿਲ ਗਿਆ ਉਹਨੂੰ ਕੋਈ ਪਾਸੇ ਕਰਕੇ ਤੋੜਨ ਵਾਲਾ ਨਹੀਂ। ਟੁੱਟਦੇ ਉਹੀ ਹਾਂ ਜਿਹੜੇ ਅਸੀਂ ਕੱਚੇ ਹਾਂ, ਕਿਉਂਕਿ ਰੱਤੇ ਸਹੀ ਜੇ ਮੁੱਖ ਨਾ ਮੁੜਨ, ਜਿਨੀ ਸੰਜਾਤਾ ਸਾਈਂ ਝੜ ਝੜ ਪਾਉਂਦੇ ਕੱਚੇ ਬਿਰਹੀ ਜਿਨ੍ਹਾਂ ਕਾਰਨ ਆਈ। ਅਸੀਂ ਤਾਂ ਗੁਰੂ ਦੀ ਪੌੜੀ ਲਾ ਕੇ ਗਏ ਨਹੀਂ, ਅਤੇ ਜਿਹੜੇ ਪੌੜੀ 'ਤੇ ਚੜ੍ਹ ਗਏ, ਧਰਮ ਦੀ ਪੌੜੀ ਜਿਹੜੀ ਹੈ, ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਡ ਭਾਗੀ ਪਾਏ। ਅਤੇ ਅਸੀਂ ਪੌੜੀ ਦੀ ਭਾਵੇਂ ਪਰਵਾਹ ਨਹੀਂ ਕਰਦੇ ਅਤੇ ਪਹਿਲਾਂ ਸੰਤਾਂ ਦੀ ਨਿੰਦਿਆ ਸ਼ੁਰੂ ਕਰ ਦਿੰਦੇ। ਉਹਨਾਂ ਦੇ ਗੁਣ ਨੂੰ ਤਾਂ ਕਿਸੇ ਨੂੰ ਯਾਦ ਨਹੀਂ ਕਰਦੇ, ਪਹਿਲਾਂ ਉਹਨਾਂ ਦੀਆਂ ਬੁਰਾਈਆਂ ਵੇਖਦੇ ਹਾਂ ਅਤੇ ਮਿਲੇ ਸਾਨੂੰ ਕੀ। ਸਤਿਗੁਰੂ ਜੀ ਕਥਨ ਕਰਦੇ ਜਿਨ੍ਹਾਂ ਵਚਨ ਮੰਨ ਲਿਆ ਅਤੇ ਉਹਦੇ ਨਾਲ ਇੱਕਮਿਕ ਹੋ ਗਏ, ਉਹ ਤੋਂ ਵੱਖਰੇ ਨਹੀਂ। ਸੱਚਾ ਸਾਹਿਬ ਸੱਚੀ ਵਡਿਆਈ, ਗੁਰ ਪ੍ਰਸਾਦਿ ਵਿਰਲੇ ਪਾਏ। ਉਹ ਸਾਹਿਬ ਪ੍ਰਮਾਤਮਾ ਸੱਚਾ ਹੈ, ਉਸ ਦੀ ਵਡਿਆਈ ਵੀ ਸੱਚੀ ਹੈ, ਉਹਦੀ ਮਰਜ਼ਾਦਾ ਵੀ ਸਦਾ ਸੱਚੀ ਹੈ। ਕਈ ਕਹਿੰਦੇ ਜੀ ਪਿਛਲੇ ਸਮੇਂ ਦੀ ਆਹ ਗੱਲ ਹੀ, ਹੁਣ ਉਹ ਸਮਾਂ ਨਹੀਂ। ਸਤਿਗੁਰੂ ਜੀ ਕਹਿੰਦੇ ਜਿਹੜੀ ਗੁਰੂ ਦੀ ਮੱਤ ਕਦੇ ਪੁਰਾਣੀ ਨਹੀਂ ਹੁੰਦੀ, ਸਦਾ ਹੀ ਚੱਲਦੀ ਹੈ, ਸਦਾ ਉਹਦੀ ਬੁਨਿਆਦ ਹੈ। ਹੁਣ ਜਿਹੜੇ ਕਹਿ ਦਿੰਦੇ ਗੁਰਪ੍ਰਸਾਦ ਤੱਕ ਮੂਲ ਮੰਤਰ ਕਰੋ, ਅਤੇ ਮਹਾਰਾਜ ਪਹਿਲਾਂ ਜਾਣੀ ਜਾਣ ਸਨ, ਉਹਨਾਂ ਅਸੀਂ ਪੱਕੀ ਬੁਨਿਆਦ ਬੰਨ੍ਹ ਦਿੱਤੀ ਸਦਾ ਦੀ। ਕਹਿੰਦੇ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਉਹ ਜਿਹੜਾ ਗੁਰਪ੍ਰਸਾਦ ਤੱਕ ਮਹਾਂ ਮੰਤਰ ਹੈ, ਉਹਦੀ ਨਾਲ ਸਾਰੀ ਫਿਰ ਅਗਲੀ ਜਾਣਕਾਰੀ ਦੱਸ ਦਿੱਤੀ। ਕੋਈ ਇਹ ਨਾ ਕਹੇ ਇੰਨੇ ਸਮੇਂ ਤੱਕ ਮੁੜ ਕੇ ਨਹੀਂ, ਕਹਿੰਦੇ ਸਦਾ ਹੀ ਰਹਿਣ ਵਾਲਾ ਹੈ।
क्योंकि सच पुराना होए नहीं, सीता कदे ना पाटे, सहब मेरा नीत नवा, सदा सदा दा तार। सो गुरु प्यारी साध संगत, इस बचन की इत्थे हुण जिहड़ी संपूर्णता सतगुरु जी करते हैं, तो विचार की भी इत्थे विश्रामता हो रही है। महाराज किरपा करना। सो इन्हां ਜਿਹੜੀਆਂ इस शब्द ਦੀਆਂ ਅੰਤਲੀਆਂ ਤੁਕਾਂ ਹਨ, ਇਹਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ। सच्चा सहब सची वड्याई, गुर प्रसादी विरलै पाई। वो सहब सच्चा परमात्मा सदा सच्चा है, उसकी वड्याई भी सच्ची है, तो गुरु की कृपा नाल किसी विरले ने उसकी प्राप्ति जां वड्याई पाई है। सारे जिहड़े हैं वो प्राप्त नहीं कर सकते, क्योंकि जग में उत्तम कढ़ गया है, विरले कई के। जिवें भगत कबीर जी ने वेख्या, एक बार अंबां दे बाग लागे उहदे लंघे हन, ते किसी ने कहा अंब बड़े वधिया, बड़ा लाभ होएगा जिन्हें लाए। तो भगत कबीर जी उन्होंने सोझी देण वास्ते कहते हैं, कबीर फल लागे फल न पाकन लागे आंब, जाए पहुँचे खसम को, जो बीज न खाही कांब। कहते भाई ये तेरा भुलेखा है, ये जिन्ने अंब लगे हैं, पहली गल तो सारिਆਂ ने वड्डे नहीं होना, कई निक्कियां अंबियां ही डिग पैंदियां जां कोई तोड़ दिंदा। फिर जिहड़े वड्डे हो गए नहीं पता सारिਆਂ ने पकना कि नहीं, कई दागी हो जाते, कईयां विच कीड़े पै जाते, कई जिहड़े हैं वो पता नहीं किहदे कर्मां विच होणे आ, सारे मालक दे कोल नहीं जाते, उहदे विचों ही छांटी हो जाती है। इस तरह जिहड़ा परमेश्वर की प्राप्ति वाला जीव है, नूं पता है इहदे विचों कोई तो परमेश्वर दे राह ते तुरदे नहीं, कोई तुर के फिर रुक जाते हैं, कोई राह विच होर पासे मुड़ जाते हैं, कोई उहदे रस्ते ते जा के अगे उहदा बचन ही नहीं मनते। ते जिहड़े असल मंजिल ते पहुँच के उहदे हो गए, ते सारी दुनिया उन्हां दी हो जाती। जे तू मेरा होए रहे, सब जग तेरा, एक सज्जन सब सज्जना, एक वैरी सब वाद। जिन्हें एक मालक नूं सज्जन बना लिया, ਉਹਦੀ सारी दुनिया मित्र बन जाती। जे एक नाल प्रेम नहीं तो पता नहीं किन्ने वैरी बन जाना। इस करके महाराज फरमाउंदे हन, सानू दस रहे कि भाई इस तरह बेनती करना करिए। पन्ना 1068 श्री गुरु ग्रंथ साहिब महाराज जी का विश्रामता वाली ये तो के शब्द दी। नानक एक कहे बेनंती, नामे नाम समाया। नानक एक कहे बेनंती, नामे नाम समाया। धन गुरु अमरदास महाराज जी फरमान करते हैं, कथन करते हैं, भाई एक प्रभु अगे बेनती करो। फिर गल एक ते आउणी है, संसार की गिणती भी एक तो चलती है, एक तो पहला भी जीरो है, तो जो 9 आ जाते 9 तो अगे भी फिर जीरो है। 9 तो भाव 9 इंद्रियां जी ने अर्पण कर दित्तियां, ਉਹਦਾ कुछ भी नहीं बाकी रह जाता, ਉਹਦੇ परमेश्वर ही पैदा जड़ा है दाखिल हो जाता, परमेश्वर प्रवेश करके प्रगट हो जाता है, तो सारिਆਂ ਵਿੱਚੋਂ प्रगट हो जाता। इस करके ये 9 तक गिणती जी मनी गई है, तो जी जीरो है जदों किसी अखर के नाल लग जाए फिर वही 10 गुणा उन्होंने वधा दिंदी, जिहदी कीमत ही कोई नहीं। जदों उन्होंने किसी की संगत हो गई, उन्होंने 10 गुणा उन्हें होर वधा दिता। इस तरह जिहड़ा 10वां मन है, 9 इंद्रियां ते मन जदों उहदे नाल जुड़ गया, इहदी बरकत बहुत वड्डी हो जाती है। इस करके सतगुरु जी कहते उहदे अगे बेनती करो। एक ओंकार तो गल शुरू होंदी है, तो फिर महाराज ने इत्थे लियाण के संपूर्ण करते हैं। एक दे हो के रहना पैना, जिन्ना चिर एक ते शरधा नहीं, बार बार सतगुरु जी कहते तो बार बार असीं गलती करते हैं। एक प्रभु अगे बेनतियां करो, माड़ा कोई नहीं, पर जिन्ना चिर एक ते मन ना टिकिया उन्ना चिर गल बननी नहीं। एक गड्डी ते सवार होवोगे, किते पहुँच जाओगे, सारिਆਂ ਵਿੱਚ ਇੱਕੇ ਵਾਰ किवें बह जाओगे। इस करके एक ते असीं बहिंदे नहीं। एक प्रभु अगे बेनती करो कि मैंने जप तप संजम आदि कोई साधन नहीं किया। महाराज मेरे कोई चंगा गुण कोई भी नहीं, ज्ञान ध्यान किस कर्म ना जाना, ना है ना निर्मल करनी। मैं कुछ भी चंगा नहीं काम कर सकता, ना करदा हाँ, ना मेरे च करन दी हिम्मत है। फिर सतगुरु जी होर समझा रहे, धारण महाराज का शब्द दस के, जप तप संजम धर्म ना कमाया, सेवा साध ना जानिया हर राया। कहो नानक हम नीच करम्मा, शरण परे की
ਰਾਖੋ ਸ਼ਰਮਾ। ਇਸ ਤਰ੍ਹਾਂ ਆਪਣੇ ਆਪ ਦੀ ਚਤਰਾਈ ਸਾਰੀ ਛੱਡ ਕੇ ਬੇਨਤੀ ਜੀਵ ਕਰੇ, ਮਹਾਰਾਜ ਕੋਈ ਮੇਰੇ ਵਿੱਚ ਚੰਗਾ ਗੁਣ ਨਹੀਂ ਹੈ, ਨਾ ਮੈਂ ਕਿਸੇ ਸੰਤ ਸਾਧੂ ਦੀ ਸੇਵਾ ਕੀਤੀ, ਨਾ ਪਰਮੇਸ਼ਰ ਨੂੰ ਜਾਣਿਆ, ਪਰ ਇਹ ਬੇਨਤੀ ਹੈ ਮੈਂ ਮਾੜੇ ਕਰਮਾਂ ਵਾਲਾ ਜੇ ਤੇਰੀ ਸ਼ਰਨ ਵਿੱਚ ਆ ਗਿਆ। ਹੁਣ ਸ਼ਰਨ ਆਏ ਦੀ ਲਾਜ ਰੱਖੇ, ਸਾਨੂੰ ਪਤਾ ਲੱਗਾ ਜਿਹੜਾ ਤੇਰੀ ਸ਼ਰਨ ਵਿੱਚ ਆ ਜਾਵੇ ਮਨ ਕਰਕੇ ਤਾਂ ਉਹਨੂੰ ਗੱਲ ਨਾਲ ਲਾ ਦਿੰਦਾ ਹੈ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ। ਪਰਮੇਸ਼ਰ ਕਿਰਪਾ ਕਰੇ, ਸਾਨੂੰ ਸੋਝੀ ਬਖਸ਼ੇ, ਇਹਨਾਂ ਹੁਕਮਾਂ ਅਨੁਸਾਰ ਸਾਨੂੰ ਚੱਲਣ ਦੀ ਉਹ ਮਹਾਰਾਜ ਜੀ ਰਹਿਮਤ ਬਖਸ਼ਿਸ਼ ਕਰਨ। ਪੜ੍ਹਦੇ ਸੁਣਦਿਆਂ ਨੂੰ ਲਾਹੇਵੰਦ ਕਰਨ, ਧਰਮ ਦਾ ਪੰਥਾ ਵਾਧਾ ਹੋਵੇ, ਏਕਤਾ ਹੋਵੇ, ਸ਼ੁਭ ਕਾਰਜ ਸਤਿਗੁਰੂ ਜੀ ਆਪਣੇ ਪ੍ਰੇਮੀਆਂ ਦੇ ਰਾਸ ਕਰਨ, ਅੰਗ ਸੰਗ ਸਹਾਇਤਾ ਕਰਨ। ਇੰਨੇ ਸਮੇਂ 'ਚ ਇੰਨਾ ਕੁਝ ਕਹਿੰਦਾ ਹੋਇਆਂ ਇਹਨੇ ਇਸ ਮਨੁੱਖ ਜੀਵ ਅਣਜਾਣ ਜੀਵ ਕੋਲੋਂ ਬੇਅੰਤ ਭੁੱਲਾਂ ਹੋਈਆਂ। ਗੁਰੂ ਕੀ ਸਾਧ ਸੰਗਤ ਮਹਾਂਪੁਰਖ ਸਤਿਗੁਰੂ ਬਖਸ਼ਣ ਯੋਗ ਹੋ, ਔਗਣਾਂ ਨੂੰ ਨਾ ਚਿਤਾਰਨਾ ਕਿਤੋਂ ਸੋਝੀ ਬਖਸ਼ਣੀ। ਦਿਓ ਸੱਜਣ ਅਸੀਸੜੀਆਂ, ਜੋ ਹੋਵੇ ਸਹਿਬ ਸਿਉ ਮੇਲ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਜੋ ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।